Population stabilization and birth control. In the last century, an all-round development in various fields significantly improved the quality of life of the people. ਲਾਸਟ ਸੈਂਚੁਰੀ ਦੇ ਵਿੱਚ ਸਾਰੇ ਕਾਫੀ ਫੀਲਡਸ ਦੇ ਵਿੱਚ ਆਪਾਂ ਨੇ ਆਲਰਾਊਂਡ ਡਿਵੈਲਪਮੈਂਟ ਕੀਤੀ ਆ, ਜਿਹਦੇ ਕਰਕੇ ਜਿਹੜੀ ਆ ਲੋਕਾਂ ਦੀ ਕੁਆਲਿਟੀ ਆਫ ਲਾਈਫ ਦੇ ਵਿੱਚ ਇੰਪਰੂਵਮੈਂਟ ਆਪਾਂ ਨੂੰ ਦੇਖਣ ਨੂੰ ਮਿਲੀ ਆ। ਹਾਊਐਵਰ ਇਨਕਰੀਜ਼ਡ ਹੈਲਥ ਫੈਸਿਲਿਟੀਜ਼ ਅਲੋਂਗ ਵਿਦ ਬੈਟਰ ਲਿਵਿੰਗ ਕੰਡੀਸ਼ਨਸ ਹੈਡ ਐਨ ਐਕਸਪਲੋਸਿਵ ਇੰਪੈਕਟ ਔਨ ਦ ਗਰੋਥ ਆਫ ਪੋਪੂਲੇਸ਼ਨ। ਠੀਕ ਹੈ, ਹੁਣ ਹੈਲਥ ਫੈਸਿਲਿਟੀਜ਼ ਵੱਧ ਗਈਆਂ, ਠੀਕ ਹੈ, ਲਿਵਿੰਗ ਕੰਡੀਸ਼ਨਸ ਵੀ ਵਧੀਆ ਹੋ ਗਈਆਂ, ਜਿਸ ਕਰਕੇ ਕੀ ਆ ਪੋਪੂਲੇਸ਼ਨ ਗਰੋਥ ਦੇ ਵਿੱਚ ਇੱਕੋਦਮ ਐਡਾ ਵੱਡਾ ਬੌਂਬ ਫਟਿਆ। ਠੀਕ ਹੈ, ਐਨੇ ਲੋਕ ਮਰਦੇ ਨਹੀਂ ਹੈਗੇ ਜਿੰਨੇ ਲੋਕ ਜਨਮ ਲੈ ਲੈਂਦੇ ਆ। ਠੀਕ ਆ, ਇਸ ਕਰਕੇ ਜਿਹੜਾ ਗਰੋਥ ਰੇਟ ਆ ਉਹ ਬਹੁਤ ਜ਼ਿਆਦਾ ਵੱਧ ਗਿਆ, ਇਸ ਕਰਕੇ ਬਹੁਤ ਜ਼ਿਆਦਾ ਪੋਪੂਲੇਸ਼ਨ ਦੇ ਵਿੱਚ ਆਪਾਂ ਨੂੰ ਵਾਧਾ ਦੇਖਣ ਨੂੰ ਮਿਲਿਆ। The world population, which was around 2000 million in 1900, rocketed to about 6 billion by 2000 and 7.2 billion in 2011। ਠੀਕ ਆ, ਜਿਹੜੀ ਵਰਲਡ ਪੋਪੂਲੇਸ਼ਨ ਸੀ ਉਹ 2 ਬਿਲੀਅਨ ਸੀਗੀ 1900 ਦੇ ਵਿੱਚ। ਠੀਕ ਹੈ, ਅਤੇ 6 ਬਿਲੀਅਨ ਹੋ ਗਈ 2000 ਦੇ ਵਿੱਚ, ਅਤੇ 2011 ਦੇ ਵਿੱਚ 7.2 ਬਿਲੀਅਨ, ਅਤੇ ਹੁਣ ਪਤਾ 8.2 ਬਿਲੀਅਨ ਆ। ਤੁਸੀਂ ਕਹਿ ਸਕਦੇ ਹੋ ਚਲੋ 1900 ਤੋਂ 2000 ਤੱਕ ਤਾਂ 3 ਫੋਲਡਸ ਹੋਈ ਆ, 3 ਟਾਈਮਸ ਵਧੀਆ, 2 ਬਿਲੀਅਨ ਤੋਂ 6 ਬਿਲੀਅਨ ਹੀ ਗਈ ਆ। ਠੀਕ ਆ, ਅਤੇ ਹੁਣ ਦੇਖੋ 20 ਸਾਲਾਂ ਦੇ ਵਿੱਚ 2 ਬਿਲੀਅਨ ਵੱਧ ਗਈ ਆ, ਤਾਂ ਇਹਦਾ ਮਤਲਬ 10 ਸਾਲਾਂ ਦੇ ਵਿੱਚ ਜਿਹੜੀ ਪੋਪੂਲੇਸ਼ਨ 10 ਬਿਲੀਅਨ ਵੱਧ ਜੂਗੀ। ਓ ਮਾਈ ਗॉड, ਜੇ ਪ੍ਰੈਜ਼ੈਂਟ ਰੇਟ ਚੱਲਦਾ ਰਿਹਾ ਤਾਂ ਦੇਖੋ ਪਹਿਲਾਂ 6 ਬਿਲੀਅਨ ਸੀ, 6 ਬਿਲੀਅਨ ਤੋਂ 2000 ਦੇ ਵਿੱਚ 6 ਬਿਲੀਅਨ ਸੀ, 2011 ਦੇ ਵਿੱਚ 7.2 ਬਿਲੀਅਨ, ਅਤੇ ਹੁਣ 2025 ਚੱਲ ਰਿਹਾ 8.2 ਬਿਲੀਅਨ, ਅਤੇ ਲਗਭਗ ਆਪਾਂ ਕਹਿ ਸਕਦੇ ਹਾਂ ਲਗਭਗ 10 ਸਾਲਾਂ ਦੇ ਵਿੱਚ ਕੀ ਆ 1 ਬਿਲੀਅਨ ਵੱਧ ਰਹੀ ਆ। ਤਾਂ 10 ਸਾਲਾਂ ਦੇ ਵਿੱਚ 10 ਬਿਲੀਅਨ ਵੱਧ ਜੂ, 3000 ਤੱਕ ਜਿਹੜੀ ਪੋਪੂਲੇਸ਼ਨ ਆ ਉਹ ਲਗਭਗ 20 ਬਿਲੀਅਨ ਦੇ ਨੇੜੇ ਤੇੜੇ ਹੋ ਜੂਗੀ, ਅਤੇ ਅੱਜ ਤਾਂ ਇਹਦਾ ਭਾਰ ਚੱਲ ਹੀ ਨਹੀਂ ਪਾਊਗਾ। ਠੀਕ ਹੈ, ਇਸ ਕਰਕੇ ਪੋਪੂਲੇਸ਼ਨ ਨੂੰ ਕੰਟਰੋਲ ਦੇ ਵਿੱਚ ਲਿਆਉਣਾ ਇਜ਼ ਅ ਵੈਰੀ ਵੈਰੀ ਡਿਫੀਕਲਟ ਐਂਡ ਵੈਰੀ important task right now in front of the world. A similar trend was observed in India too। ਠੀਕ ਹੈ, ਸਿਮਿਲਰ ਟ੍ਰੈਂਡ ਆਪਾਂ ਨੂੰ ਇੰਡੀਆ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ। ਇੰਡੀਆ ਦੇ ਵਿੱਚ ਵੀ ਪੋਪੂਲੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਆਰ ਪੋਪੂਲੇਸ਼ਨ ਵਿਚ ਵਾਸ ਅਪਰੋਕਸੀਮੇਟਲੀ 350 ਮਿਲੀਅਨ ਐਟ ਦ ਟਾਈਮ ਆਫ ਆਰ ਇੰਡੀਪੈਂਡੈਂਸ, ਮਤਲਬ ਕਿ 0.35 ਬਿਲੀਅਨ ਸੀਗੀ ਐਟ ਦ ਟਾਈਮ ਆਫ ਦ ਇੰਡੀਪੈਂਡੈਂਸ 1947 ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਕਿੰਨੀ ਸੀ 0.35 ਮਿਲੀਅਨ। ਇੰਡੀਪੈਂਡੈਂਸ ਰੀਚਡ ਕਲੋਜ਼ ਟੂ ਦ ਬਿਲੀਅਨ ਮਾਰਕ ਬਾਈ 2000, ਲਗਭਗ 1 ਬਿਲੀਅਨ ਹੋ ਗਈ ਬਾਈ 2000, ਅਤੇ 1.2 ਬਿਲੀਅਨ ਕ੍ਰੋਸ ਕਰ ਗਈ 2011 ਦੇ ਮਈ ਦੇ ਵਿੱਚ, ਅਤੇ ਹੁਣ ਲਗਭਗ ਹੈਗੀ 1.5 ਬਿਲੀਅਨ। 1.5 ਬਿਲੀਅਨ ਇਜ਼ ਦ ਅਪਰੋਕਸੀਮੇਟ ਪੋਪੂਲੇਸ਼ਨ ਆਫ ਇੰਡੀਆ ਰਾਈਟ ਨਾਓ। ਦੇਖੋ 53 ਸਾਲਾਂ ਦੇ ਵਿੱਚ ਜਿਹੜੀ ਇੰਡੀਆ ਦੀ ਪੋਪੂਲੇਸ਼ਨ ਆ ਉਹਦੇ ਵਿੱਚ ਆਪਾਂ ਨੂੰ 0.65 ਮਿਲੀਅਨ ਦਾ ਇਨਕਰੀਜ਼ ਦੇਖਣ ਨੂੰ ਮਿਲੇਗਾ। ਠੀਕ ਹੈ, ਅਤੇ 15 ਸਾਲਾਂ ਦੇ ਵਿੱਚ ਲਗਭਗ 15 ਸਾਲਾਂ ਦੇ ਵਿੱਚ 0.5 ਬਿਲੀਅਨ ਪੋਪੂਲੇਸ਼ਨ ਵੱਧ ਗਈ ਆ। ਠੀਕ ਹੈ, ਇਟ ਇਜ਼ ਅ ਹਿਊਜ ਰੇਟ। ਠੀਕ ਆ, ਰੈਪਿਡ ਮਤਲਬ ਤੁਸੀਂ ਕਹਿ ਸਕਦੇ ਹੋ 5 ਲੱਖ ਲੋਕ ਵਧ ਗਏ ਆ ਸਿਰਫ ਅਤੇ ਸਿਰਫ 14 ਸਾਲਾਂ ਦੇ ਵਿੱਚ। ਠੀਕ ਹੈ, ਰੈਪਿਡ ਡੈਕਲਾਈਨ ਇਨ ਡੈਥ ਰੇਟ ਦੇ ਵਿੱਚ ਬਹੁਤ ਜ਼ਿਆਦਾ ਡੈਕਲਾਈਨ ਆਪਾਂ ਨੂੰ ਦੇਖਣ ਨੂੰ ਮਿਲਿਆ, ਅਤੇ ਮੈਟਰਨਲ ਮੋਰਟੈਲਿਟੀ ਰੇਟ ਦੇ ਵਿੱਚ ਅਤੇ ਇਨਫੈਂਟ ਮੋਰਟੈਲਿਟੀ ਰੇਟ ਦੇ ਵਿੱਚ ਬਹੁਤ ਜ਼ਿਆਦਾ ਡੈਕਲਾਈਨ ਦੇਖਣ ਨੂੰ ਮਿਲਿਆ, ਅਤੇ ਐਜ਼ ਆਰ ਇਨਕਰੀਜ਼ ਇਨ ਨੰਬਰ ਆਫ ਪੀਪਲ ਇਨ ਰੀਪਰੋਡਿਊਸੀਬਲ ਏਜ ਆਰ ਪ੍ਰੋਬੇਬਲ ਰੀਜ਼ਨ ਫॉर ਦਿਸ। ਠੀਕ ਹੈ, ਅਤੇ ਜਿਹੜੇ ਲੋਕ ਆਪਾਂ ਨੂੰ ਰੀਪਰੋਡਿਊਸੀਬਲ ਏਜ ਦੇ ਵਿੱਚ ਦੇਖਣ ਨੂੰ ਮਿਲਦੇ ਆ ਉਹਨਾਂ ਦੇ ਵਿੱਚ ਆਪਾਂ ਨੂੰ ਵਾਧਾ ਦੇਖਣ ਨੂੰ ਮਿਲਿਆ। ਠੀਕ ਆ, ਆਪਾਂ ਨੂੰ ਰੀਪਰੋਡਿਊਸੀਬਲ ਏਜ ਦੇ ਵਿੱਚ ਜਿਹੜੇ ਲੋਕ ਪ੍ਰੈਜ਼ੈਂਟ ਨੇ ਉਹਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ। ਡੈਥ ਰੇਟ ਦੇ ਵਿੱਚ ਮਤਲਬ ਇਨਫੈਂਟ ਮੋਰਟੈਲਿਟੀ ਰੇਟ ਅਤੇ ਮੈਟਰਨਲ ਮੋਰਟੈਲਿਟੀ ਰੇਟ ਦੇ ਵਿੱਚ ਡੈਥ ਰੇਟ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਘਾਟਾ ਦੇਖਣ ਨੂੰ ਮਿਲਿਆ। ਇਹ ਸਭ ਕਿਹਦੇ ਪ੍ਰੋਬੇਬਲ ਰੀਜ਼ਨ ਨੇ ਜਿਹਦੇ ਕਰਕੇ ਇੱਕੋਦਮ ਆਪਾਂ ਨੂੰ ਸ਼ੂਟ ਦੇਖਣ ਨੂੰ ਮਿਲਿਆ ਹੈਗਾ ਪੋਪੂਲੇਸ਼ਨ ਦੇ ਵਿੱਚ। ਠੀਕ ਹੈ, ਇੱਕੋਦਮ ਇਹਦੀ ਗਰੋਥ ਦੇਖਣ ਨੂੰ ਮਿਲੀ ਆ ਥਰੂ ਆਰ ਰੀਪਰੋਡਕਟਿਵ ਚਾਈਲਡ ਹੈਲਥ ਪ੍ਰੋਗਰਾਮ। ਲਿਖੋ ਇੱਥੇ ਗਲਤ ਲਿਖਿਆ ਹੈ, ਰੀਪਰੋਡਕਟਿਵ ਐਂਡ ਚਾਈਲਡ ਹੈਲਥ ਕੇਅਰ ਪ੍ਰੋਗਰਾਮ ਜਿਹੜੀ ਉਹਦੀ ਪੂਰੀ ਫੁੱਲ ਫਾਰਮ ਇੱਥੇ ਗਲਤ ਲਿਖਿਆ ਹੋਇਆ। ਠੀਕ ਹੈ, ਦੋ ਵੀ ਕੁਡ ਬ੍ਰਿੰਗ ਡਾਊਨ ਦ ਪੋਪੂਲੇਸ਼ਨ ਗਰੋਥ ਰੇਟ। ਠੀਕ ਹੈ, ਆਪਾਂ ਰੀਪਰੋਡਕਟਿਵ ਐਂਡ ਚਾਈਲਡ ਹੈਲਥ ਕੇਅਰ ਪ੍ਰੋਗਰਾਮਸ ਦੇ ਦੁਆਰਾ ਪੋਪੂਲੇਸ਼ਨ ਗਰੋਥ ਨੂੰ ਆਪਾਂ ਨੀਚੇ ਲੈ ਕੇ ਆ ਸਕਦੇ ਹਾਂ। ਠੀਕ ਹੈ, ਨੀਚੇ ਲੈ ਕੇ ਆਏ ਆ ਬਟ ਉਹ ਸਿਰਫ ਮਾਰਜਨਲ ਹੀ ਆ, ਬਹੁਤ ਘੱਟ ਡਿਕਰੀਜ਼ ਦੇਖਣ ਨੂੰ ਮਿਲਿਆ ਆਪਾਂ ਨੂੰ ਪੋਪੂਲੇਸ਼ਨ ਗਰੋਥ ਰੇਟ ਦੇ ਵਿੱਚ। 2011 ਸੈਂਸਸ ਦੇ ਅਕੋਰਡਿੰਗ ਜਿਹੜੇ ਪੋਪੂਲੇਸ਼ਨ ਗਰੋਥ ਰੇਟ ਆ ਉਹ ਗਈ ਸੀ ਲੈਸ ਦੈਨ
2% ਸੀਗਾ, ਮਤਲਬ ਕਿ 20 per 1000 per year, at which our population could increase rapidly, ਤੇ ਇਹ ਬਹੁਤ ਜ਼ਿਆਦਾ ਆ, ਠੀਕ ਹੈ। 2% per year ਮਤਲਬ ਕਿ 1000 ਲੋਕਾਂ ਪਿੱਛੇ ਆਏ ਸਾਲ 20 ਲੋਕ ਨਵੇਂ ਜਾਂਦੇ ਆ। ਯੂ ਕੈਨ ਸੇ ਕਿ 100 ਲੋਕਾਂ ਪਿੱਛੇ 2 ਲੋਕਾਂ ਦਾ ਨਵਿਆਂ ਦਾ ਜਨਮ ਹੁੰਦਾ ਹੈਗਾ ਹਰ ਸਾਲ, 1 ਸਾਲ ਦੇ ਵਿੱਚ, ਠੀਕ ਹੈ। ਅਤੇ ਇਸ ਰੇਟ ਦੇ ਵਿੱਚ ਨਾਲ ਆਪਣੀ ਪੋਪੂਲੇਸ਼ਨ ਕੀ ਆ ਬਹੁਤ ਜ਼ਿਆਦਾ ਇਨਕਰੀਜ਼ ਕਰ ਸਕਦੀ ਹੈ। ਕਿੱਦਾਂ? ਦੇਖਣ ਨੂੰ ਤਾਂ ਬਹੁਤ ਘੱਟ ਲੱਗਦਾ, 1000 ਲੋਕਾਂ ਪਿੱਛੇ ਬਸ 20 ਲੋਕ ਹੀ ਵੱਧ ਰਹੇ ਆ, ਹੈ ਦੇਖਣ ਨੂੰ ਕਿੰਨਾ ਘੱਟ ਲੱਗਦਾ। ਬਟ ਆਪਾਂ ਅਗਰ ਪੋਪੂਲੇਸ਼ਨ ਦੀ ਗੱਲ ਕਰੀਏ, ਚਲੋ 2011 ਦਾ ਸੈਂਸਸ ਹੀ ਆ ਨਾ, ਜਿਹੜਾ ਗਰੋਥ ਰੇਟ ਉਹ ਵੀ ਆਪਾਂ 2011 ਦਾ ਦਿੱਤਾ ਹੈ, ਅਤੇ ਇੱਥੇ ਜਿਹੜੀ ਪੋਪੂਲੇਸ਼ਨ ਆ 1.2 ਬਿਲੀਅਨ, ਉਹ ਵੀ 2011 ਦਿੱਤੀ ਗਈ ਆ। 1.2 ਬਿਲੀਅਨ ਕਿੱਦਾਂ ਹੁੰਦਾ ਹੈਗਾ? 1200 ਮਿਲੀਅਨ, 1200 ਮਿਲੀਅਨ ਹੀ ਹੁੰਦਾ 1.2 ਬਿਲੀਅਨ। 1 ਬਿਲੀਅਨ ਦੇ ਵਿੱਚ 1000 ਮਿਲੀਅਨ ਹੁੰਦੇ ਆ, ਅਤੇ 1 ਬਿਲੀਅਨ ਜਿਹੜਾ 10 ਲੱਖ ਦੇ ਬਰਾਬਰ ਹੁੰਦਾ, ਠੀਕ ਹੈ। ਯੂ ਕੈਨ ਸੇ 1200, ਠੀਕ ਹੈ। 12 into 10 raised to the power 7, this is the population, this was the population in 2011, ਅਤੇ ਉਹਦਾ ਗਰੋਥ ਰੇਟ ਕੀ ਸੀਗਾ 20 people per 1000 people, or you can say 2 per 100। 100 ਲੋਕਾਂ ਪਿੱਛੇ ਕਿੰਨੇ ਲੋਕ ਵਧੇ? 2, ਠੀਕ ਹੈ। ਤਾਂ 12 into 10 raised to the power 7 ਲੋਕਾਂ ਪਿੱਛੇ ਕਿੰਨੇ ਲੋਕ ਵਧੇ? 2/100 into 12 into 10 raised to the power 7, ਠੀਕ ਹੈ। ਮੀਨਸ 24 into 10 raised to the power 5, 24 ਲੱਖ ਲੋਕਾਂ ਦਾ ਵਾਧਾ ਹੋ ਸਕਦਾ 1 ਸਾਲ ਦੇ ਵਿੱਚ। ਦਿਸ ਇਜ਼ ਦ ਗਰੋਥ ਜਿਹੜੀ ਤੁਹਾਨੂੰ 1 ਸਾਲ ਦੇ ਵਿੱਚ ਓਬਜ਼ਰਵ ਕੀਤੀ, ਠੀਕ ਹੈ, ਉਸ ਰੇਟ 'ਤੇ। ਅਤੇ 1 ਸਾਲ ਦੇ ਵਿੱਚ 24 ਲੱਖ ਲੋਕਾਂ ਦੀ ਗਿਣਤੀ ਵਧੀ, ਤਾਂ 2 ਸਾਲਾਂ ਦੇ ਵਿੱਚ 48 ਲੱਖ ਦੀ, ਠੀਕ ਹੈ। ਬਹੁਤ ਜ਼ਿਆਦਾ ਇਨਕਰੀਜ਼ ਆਈ, ਠੀਕ ਹੈ। ਅਤੇ ਇਹਦੇ ਨਾਲ ਕੀ ਆ, ਬਹੁਤ ਜ਼ਿਆਦਾ ਰੈਪਿਡਲੀ ਜਿਹੜੀ ਪੋਪੂਲੇਸ਼ਨ ਗਰੋ ਕਰ ਸਕਦੀ ਆ। ਸੱਚ ਐਨ ਅਲਾਰਮਿੰਗ ਗਰੋਥ ਰੇਟ ਕੁਡ ਲੀਡ ਟੂ ਐਨ ਐਬਸੋਲਿਊਟ ਸਕੈਰਸਿਟੀ ਆਫ ਈਵਨ ਦ ਬੇਸਿਕ ਰਿਕੁਆਇਰਮੈਂਟਸ, ਠੀਕ ਹੈ। ਅਤੇ ਐਡਾ ਜ਼ਿਆਦਾ ਗਰੋਥ ਰੇਟ ਜਿਹੜਾ ਹੈਗਾ, ਇਹ ਕੀ ਆਪਣੀ ਬੇਸਿਕ ਰਿਕੁਆਇਰਮੈਂਟਸ ਦੀ ਵੀ ਆਪਾਂ ਨੂੰ ਇਹਦਾ ਘਾਟ ਹੋ ਸਕਦੀ ਹੈ, ਠੀਕ ਹੈ। ਕੁਝ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਬੇਸਿਕ ਰਿਕੁਆਇਰਮੈਂਟਸ ਵੀ ਨਹੀਂ ਮਿਲੀਆਂ, ਫੂਡ, ਸ਼ੈਲਟਰ, ਕਲੋਥਿੰਗ ਵਰਗੀਆਂ ਚੀਜ਼ਾਂ ਵੀ ਨਹੀਂ ਮਿਲੀਆਂ। ਇਨ ਸਪਾਈਟ ਆਫ ਸਿਗਨੀਫਿਕੈਂਟ ਪ੍ਰੋਗਰੈਸ ਮੇਡ ਇਨ ਦੋਸ ਏਰੀਆਜ਼, ਠੀਕ ਹੈ। ਹਾਲਾਂਕਿ ਇਹਨਾਂ ਏਰੀਆਜ਼ ਦੇ ਵਿੱਚ ਆਪਾਂ ਨੇ ਬਹੁਤ ਪ੍ਰੋਗਰੈਸ ਕੀਤਾ, ਆਪਾਂ ਨੇ ਮੈਟਰਨਲ ਮੋਰਟੈਲਿਟੀ ਰੇਟ ਨੂੰ, ਇਨਫੈਂਟ ਮੋਰਟੈਲਿਟੀ ਰੇਟ ਨੂੰ ਬਹੁਤ ਘਟਾਇਆ ਹੈਗਾ, ਹੋਰ ਆਪਾਂ ਨੇ ਪੋਸਟ ਨੈਟਲ ਕੇਅਰ ਵਰਗੇ ਹੋਰ ਆਪਾਂ ਨੇ ਬਹੁਤ ਚੀਜ਼ਾਂ ਵਧਾਈਆਂ ਨੇ, ਠੀਕ ਹੈ। ਅਤੇ ਅਗਰ ਫਿਰ ਵੀ 2% ਗਰੋਥ ਰੇਟ ਦੇ ਨਾਲ ਐਡੀ ਵੱਡੀ ਪੋਪੂਲੇਸ਼ਨ ਹੋ ਜਾਣੀ ਕਿ ਕਾਫੀ ਲੋਕਾਂ ਨੂੰ ਬੇਸਿਕ ਰਿਕੁਆਇਰਮੈਂਟਸ ਹੀ ਨਹੀਂ ਮਿਲਦੀਆਂ, ਠੀਕ ਹੈ। Therefore, the government was forced to take up serious measure to check this population growth rate, ਠੀਕ ਹੈ। ਇਸ ਕਰਕੇ ਗਵਰਨਮੈਂਟ ਦੇ ਉੱਪਰ ਕਿਸੇ ਫੋਰਸ ਸੀਗੀ, ਗਵਰਨਮੈਂਟ ਜਿਹੜੀ ਆ ਉਹ ਮਜਬੂਰ ਸੀਗੀ ਕੁਝ ਸੀਰੀਅਸ ਲਿਆਉਣ ਦੇ ਲਈ, ਕੁਝ ਸੀਰੀਅਸ ਐਕਸ਼ਨਸ ਲੈਣ ਦੇ ਲਈ, ਇਸ ਪੋਪੂਲੇਸ਼ਨ ਗਰੋਥ ਰੇਟ ਦੇ ਉੱਪਰ ਚੱਕ ਲਿਆਉਣ ਲਈ, ਮਤਲਬ ਪੋਪੂਲੇਸ਼ਨ ਗਰੋਥ ਰੇਟ ਨੂੰ ਥੋੜ੍ਹਾ ਡਿਕਰੀਜ਼ ਕਰਨ ਦੇ ਲਈ। The most important step to overcome this problem is to motivate smaller families, ਠੀਕ ਹੈ। most important step ਕੀ ਆ? smaller families ਨੂੰ motivate ਕਰਨਾ by using various contraceptive methods, ਠੀਕ ਹੈ। various contraceptive methods use ਕਰਕੇ smaller families ਨੂੰ motivate ਕਰਨਾ, ਲੋਕਾਂ ਨੂੰ ਕਹਿਣਾ ਕਿ ਤੁਸੀਂ contraceptive method use ਕਰ ਸਕਦੇ ਹੋ, ਠੀਕ ਹੈ। ਜਿੱਦਾਂ ਤੁਹਾਡੀ ਫੈਮਿਲੀ ਛੋਟੀ ਰਹੂਗੀ, ਗਰੋਥ ਰੇਟ ਘਟੂਗਾ, ਅਤੇ ਤੁਸੀਂ ਕੁਆਲਿਟੀ ਲਾਈਫ ਜੀਓਗੇ, ਠੀਕ ਹੈ। ਕੁਆਂਟਿਟੀ ਲਾਈਫ ਨਹੀਂ ਜੀਓਗੇ, ਕੁਆਲਿਟੀ ਲਾਈਫ ਜੀਓਗੇ। You might have seen advertisements in the media as well as posters, bills, etc. showing a happy couple with 2 children with the slogan "हम दो हमारे दो, we two are two", ठीक है। ਤੁਸੀਂ ਨੇ ਐਡਵਰਟੀਜ਼ਮੈਂਟਸ ਦੇਖੀਆਂ ਹੋਣੀਆਂ, ਮਸ਼ਹੂਰੀਆਂ ਦੇਖੀਆਂ ਹੋਣੀਆਂ, ਅਤੇ ਪੋਸਟਰਸ ਜਾਂ ਬਿਲਸ ਦੇਖੇ ਹੋਣੇ, ਠੀਕ ਹੈ। ਜਿਹਦੇ ਵਿੱਚ ਸ਼ੋਅ ਕੀਤਾ ਹੁੰਦਾ ਇੱਕ ਹੈਪੀ ਕਪਲ ਹੁੰਦਾ, ਠੀਕ ਹੈ। ਉਹਦੇ 2 ਬੱਚੇ ਹੁੰਦੇ ਆ, ਅਤੇ ਸਲੋਗਨ ਹੁੰਦਾ ਹੈਗਾ "ਹਮ ਦੋ ਹਮਾਰੇ ਦੋ" ਦਾ, ਠੀਕ ਹੈ। ਮੈਨੀ ਕਪਲਸ ਮੋਸਟਲੀ ਯੰਗ ਅਰਬਨ ਵਰਕਿੰਗ ਵਨਸ ਹੈਵ ਬੀਨ ਅਡੋਪਟਡ ਵਨ ਚਾਈਲਡ ਨੂੰ, ਠੀਕ ਹੈ। ਕਾਫੀ ਜ਼ਿਆਦਾ ਕਪਲਸ ਜਿਹੜੇ ਆ, ਮੋਸਟਲੀ ਜਿਹੜੇ ਥੋੜ੍ਹੇ ਹੁਣ ਯੰਗ ਨੇ, ਪੁਰਾਣੇ ਨਹੀਂ, ਜਿਹੜੇ ਯੰਗ ਕਪਲਸ ਨੇ, ਠੀਕ ਹੈ, ਅਰਬਨ ਏਰੀਆਸ ਦੇ ਵਿੱਚ ਰਹਿਣ ਵਾਲੇ ਵਰਕਿੰਗ ਵਨਸ, ਕਿਉਂਕਿ ਉਹ ਵੱਧ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਉਹ ਵੱਧ ਬੱਚਿਆਂ ਦੀ ਦੇਖਭਾਲ ਕਰ ਸਕਣ। ਇੱਕ ਬੱਚੇ ਦੀ ਦੇਖਭਾਲ ਉਹਨਾਂ ਤੋਂ ਮਸਾ ਹੁੰਦੀ ਹੈ, ਠੀਕ ਹੈ। ਇਸ ਕਰਕੇ ਉਹਨਾਂ ਨੇ ਕੀ ਇੱਕ 1 ਚਾਈਲਡ ਨੂੰ ਅਡੋਪਟ ਕੀਤਾ ਹੋਇਆ ਹੈਗਾ। statutory raising of marriageable age of the female to 18 years and that of the males to 21 years, ਠੀਕ ਹੈ। ਅਤੇ ਮੈਰਿਜੇਬਲ ਏਜ ਜਿਹੜੀ ਫੀਮੇਲ ਦੀ 18 ਸਾਲ ਕਰ ਦਿੱਤੀ ਹੈ, ਬਟ ਹੁਣ ਤਾਂ 21 ਸਾਲ ਆ, ਠੀਕ ਹੈ। ਪ੍ਰੈਜ਼ੈਂਟਲੀ 21 ਈਅਰ ਆ ਫੀਮੇਲ ਦੀ ਵੀ, ਮੇਲ ਦੀ ਵੀ, ਠੀਕ ਹੈ। ਬਟ ਇੱਥੇ ਲਿਖਿਆ ਹੈਗਾ ਮੇਲ ਦੀ 21 ਅਤੇ ਫੀਮੇਲ ਦੀ 18 ਈਅਰਸ, ਇਟ ਇਜ਼ ਨੋਟ ਰਾਈਟ। ਐਂਡ ਇਨਸੈਂਟਿਵਸ ਗਿਵਨ ਟੂ ਕਪਲਸ ਵਿਦ ਸਮॉल ਫੈਮਲੀਜ਼, ਠੀਕ ਹੈ।
ਤੇ ਜਿਹੜੇ ਕਪਲਸ ਦੀਆਂ ਸਮਾਲ ਫੈਮਲੀਜ਼ ਹੋਣਗੀਆਂ ਉਹਨਾਂ ਨੂੰ ਇਨਸੈਂਟਿਵਸ ਦੇਣੇ। ਇਨਸੈਂਟਿਵਸ ਮੀਨਸ ਕੁਝ ਗਿਫਟਸ ਦੇਣੇ, ਕੁਝ ਮਤਲਬ ਕੋਈ ਇੱਦਾਂ ਦੀ ਪੋਲਿਸੀ ਕੱਢਣੀ ਕਿ ਜਿਹਦੇ ਨਾਲ ਵੀ ਜਿਹੜਾ ਕਿ ਛੋਟੀ ਫੈਮਿਲੀ ਹੋਊਗੀ ਉਹ 'ਚੋਂ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ, ਕੁਝ ਇੱਦਾਂ ਦੇ ਇਨਸੈਂਟਿਵਸ ਪ੍ਰੋਵਾਈਡ ਕਰਨੇ। ਠੀਕ ਆ, ਆਰ ਟੂ ਆਫ ਦ ਅਦਰ ਮੇਜਰਸ। ਠੀਕ ਹੈ, ਦੋ ਅਦਰ ਮੇਜਰ, ਇੱਕ ਤਾਂ ਮੈਰਿਜੇਬਲ ਏਜ ਨੂੰ ਰਾਈਜ਼ ਕਰਨਾ। ਅਗਰ ਮੈਰਿਜੇਬਲ ਏਜ ਰਾਈਜ਼ ਕਰੋਗੇ, ਠੀਕ ਹੈ, ਹੁਣ ਇੰਡੀਆ ਦੇ ਵਿੱਚ ਤਾਂ ਐਡਾ ਮਾਡਰਨ ਕਲਚਰ, ਵੈਸਟਰਨ ਕਲਚਰ ਤਾਂ ਹੈ ਨਹੀਂ ਗਾ। ਠੀਕ ਹੈ, ਵਿਆਹ ਤੋਂ ਬਾਅਦ ਹੀ ਬੱਚੇ ਕਰਦੇ ਆ। ਠੀਕ ਆ, ਮੈਰਿਜੇਬਲ ਏਜ ਨੂੰ ਰਾਈਜ਼ ਕਰੋਗੇ ਤਾਂ ਬਹੁਤ ਜ਼ਿਆਦਾ ਚਾਂਸਿਸ ਨੇ ਕਿ ਬੱਚੇ ਘੱਟ ਜੰਮੇ ਜਾਣਗੇ। ਠੀਕ ਹੈ, ਅਤੇ ਜਿਹੜੇ ਸਮਾਲ ਫੈਮਲੀਜ਼ ਹੋਣਗੀਆਂ ਉਹਨਾਂ ਦੇ ਕਪਲਸ ਨੂੰ ਕੀ ਆ, ਕੁਝ ਇਨਸੈਂਟਿਵਸ ਪ੍ਰੋਵਾਈਡ ਕਰਨੇ। ਇਹ ਦੋ ਕੀ ਆ, ਇੰਪੋਰਟੈਂਟ ਮੇਜਰਸ ਨੇ ਇਸ ਪ੍ਰੋਬਲਮ ਨੂੰ ਟੈਕਲ ਕਰਨ ਦੇ ਲਈ ਜਿਹੜੇ ਲਿਆਂਦੇ ਗਏ ਆ। ਠੀਕ ਆ, ਲੈਟ ਅਸ ਡਿਸਕ੍ਰਾਈਬ ਸਮ ਆਫ ਦ ਕਾਮਨਲੀ ਯੂਜ਼ਡ ਕੰਟਰਾਸੈਪਟਿਵ ਮੈਥਡਸ ਵਿਚ ਹੈਲਪ ਪ੍ਰੀਵੈਂਟ ਅਨਵਾਂਟਡ ਪ੍ਰੈਗਨੈਂਸੀਜ਼। ਠੀਕ ਹੈ, ਹੁਣ ਆਪਾਂ ਕੁਝ ਕਾਮਨਲੀ ਯੂਜ਼ ਕੰਟਰਾਸੈਪਟਿਵ ਮੈਥਡਸ ਨੂੰ ਕੀ ਕਰਦੇ ਆ, ਡਿਸਕ੍ਰਾਈਬ ਕਰਦੇ ਆ, ਜਿਨ੍ਹਾਂ ਨੂੰ ਕੀ ਯੂਜ਼ ਕੀਤਾ ਜਾਂਦਾ ਹੈ ਅਨਵਾਂਟਡ ਪ੍ਰੈਗਨੈਂਸੀ ਪ੍ਰੀਵੈਂਟ ਕਰਨ ਦੇ ਲਈ। ਐਂਡ ਆਈਡੀਅਲ ਕੰਟਰਾਸੈਪਟਿਵ ਸ਼ੁੱਡ ਬੀ ਯੂਜ਼ਰ ਫਰੈਂਡਲੀ। ਪਰ ਆਪਾਂ ਦੇਖ ਲਿਆ ਕੰਟਰਾਸੈਪਟਿਵ ਮੈਥਡ ਦਾ ਮਤਲਬ ਹੁੰਦਾ ਕੰਟਰਾਸੈਪਟਿਵ ਮੈਥਡ ਉਹ ਮੈਥਡ ਜਿਹੜਾ ਕਿ ਪ੍ਰੈਗਨੈਂਸੀ ਨੂੰ ਪ੍ਰੀਵੈਂਟ ਕਰੇ। ਠੀਕ ਆ, ਅਨਵਾਂਟਡ ਪ੍ਰੈਗਨੈਂਸੀ ਨੂੰ ਪ੍ਰੀਵੈਂਟ ਕਰੇ, ਉਹਨੂੰ ਆਪਾਂ ਕੰਟਰਾਸੈਪਟਿਵ ਮੈਥਡ ਕਹਿੰਦੇ ਹਾਂ। ਅਤੇ ਸਭ ਤੋਂ ਵਧੀਆ ਕੰਟਰਾਸੈਪਟਿਵ ਮੈਥਡ ਕਿਹੜਾ ਹੋ? ਕੰਟਰਾਸੈਪਟਿਵ ਮੈਥਡ ਦੀ ਕੁਝ ਕੈਰੈਕਟਰਿਸਟਿਕਸ ਕੀ ਹੋਣੀਆਂ ਚਾਹੀਦੀਆਂ ਨੇ? ਉਹਦੀ ਕੈਰੈਕਟਰਿਸਟਿਕਸ ਹੋਣੀਆਂ ਚਾਹੀਦੀਆਂ ਨੇ ਫੀਲ। ਠੀਕ ਹੈ, ਫਸਟ ਆਫ ਆਲ ਯੂਜ਼ਰ ਫਰੈਂਡਲੀ ਹੋਣਾ ਚਾਹੀਦਾ। ਠੀਕ ਹੈ, ਈਜ਼ੀ ਟੂ ਯੂਜ਼ ਹੋਣਾ ਚਾਹੀਦਾ ਹੈਗਾ, ਇਫੈਕਟਿਵ ਹੋਣਾ ਚਾਹੀਦਾ, ਲੀਸਟ ਸਾਈਡ ਇਫੈਕਟਸ ਹੋਣੇ ਚਾਹੀਦੇ ਨੇ ਉਹਦੇ, ਲੀਸਟ ਜਾਂ ਫਿਰ ਨੋ ਸਾਈਡ ਇਫੈਕਟਸ। ਠੀਕ ਹੈ, ਯੂਜ਼ਰ ਫਰੈਂਡਲੀ ਈਜ਼ੀਲੀ ਅਵੇਲੇਬਲ ਹੋਣਾ ਚਾਹੀਦਾ ਹੈਗਾ। ਅਗਰ ਅਵੇਲੇਬਲ ਹੀ ਨਾ ਹੋਇਆ, ਠੀਕ ਹੈ, ਤਾਂ ਫਿਰ ਖਾਕ ਦਾ ਕੰਟਰਾਸੈਪਟਿਵ ਮੈਥਡ ਅਗਰ ਉਹ ਕਿਸੇ ਨੂੰ ਮਿਲਿਆ ਹੀ ਨਾ। ਠੀਕ ਹੈ, ਇਫੈਕਟਿਵ ਹੋਣਾ ਚਾਹੀਦਾ। ਅਗਰ ਆਪਾਂ ਕੰਟਰਾਸੈਪਟਿਵ ਮੈਥਡ ਯੂਜ਼ ਕੀਤਾ ਪਰ ਫਿਰ ਵੀ ਉਹ ਇਫੈਕਟਿਵ ਨਹੀਂ ਹੈਗਾ, ਫਿਰ ਵੀ ਫਰਟੀਲਾਈਜੇਸ਼ਨ ਹੋ ਗਈ, ਤਾਂ ਉਹ ਕਾਹਦਾ ਕੰਟਰਾਸੈਪਟਿਵ ਮੈਥਡ ਹੋਇਆ? ਠੀਕ ਹੈ, ਨਾਮ ਦਾ ਹੀ ਬਸ। ਠੀਕ ਹੈ, ਅਤੇ ਰਿਵਰਸੀਬਲ ਹੋਣਾ ਚਾਹੀਦਾ ਹੈਗਾ। ਰਿਵਰਸੀਬਲ ਮਤਲਬ ਕਿ ਉਹ ਕੀ ਆ, ਸੈਕਸ਼ੁਅਲ ਲਾਈਫ ਦੇ ਨਾਲ ਉਹ ਕੀ ਆ, ਉਹਦੀ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ। ਮਤਲਬ ਕਿ ਕੰਟਰਾਸੈਪਟਿਵ ਮੈਥਡ ਪ੍ਰੈਜ਼ੈਂਟਲੀ ਯੂਜ਼ ਕਰ ਰਿਹਾ, ਠੀਕ ਹੈ ਬੰਦਾ, ਬਟ ਇਨ ਫਿਊਚਰ ਅਗਰ ਉਹਦਾ ਮਨ ਕਰੇ ਕਿ ਮੈਂ ਬੱਚਾ ਕਰਨਾ, ਠੀਕ ਹੈ, ਤਾਂ ਉਹ ਕੀ ਹੈ, ਵਿਦਆਊਟ ਯੂਜ਼ਿੰਗ ਦ ਕੰਟਰਾਸੈਪਟਿਵ ਮੈਥਡ ਉਹ ਕੀ ਬੱਚਾ ਕਰ ਸਕਦਾ ਹੈਗਾ। ਠੀਕ ਆ, ਐਂਡ ਉਹਦੇ ਬਿਲਕੁਲ ਸਾਈਡ ਇਫੈਕਟਸ ਨਹੀਂ ਹੋਣੇ ਚਾਹੀਦੇ ਜਾਂ ਬਹੁਤ ਘੱਟ ਸਾਈਡ ਇਫੈਕਟਸ ਹੋਣੇ ਚਾਹੀਦੇ ਆ। ਇਟ ਆਲਸੋ ਸ਼ੁੱਡ in no way interfere with the sexual drive, desire and or act of the user। ਠੀਕ ਹੈ, sexual act of the user। ਠੀਕ ਹੈ, ਅਤੇ ਇਹ ਕੀ ਆ, ਕਿਸੇ ਵੀ ਤਰੀਕੇ ਨਾਲ ਕੀ ਆ ਬੰਦੇ ਦੀ ਸੈਕਸ਼ੁਅਲ ਡਰਾਈਵ ਦੇ ਨਾਲ, ਬੰਦੇ ਸੈਕਸ਼ੁਅਲ ਡਿਜ਼ਾਇਰ ਦੇ ਨਾਲ ਜਾਂ ਫਿਰ ਸੈਕਸ਼ੁਅਲ ਐਕਟ ਦੇ ਨਾਲ ਇਹ ਕੋਈ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਮਤਲਬ ਉਹਨੂੰ ਪੂਰਾ ਫੀਲ ਹੋਣਾ ਚਾਹੀਦਾ ਹੈਗਾ ਜਿੱਦਾਂ ਕਿ ਉਹਨੂੰ ਫੀਲ ਆਉਂਦਾ ਹੈਗਾ ਵਿਦਆਊਟ ਦ ਕੰਟਰਾਸੈਪਟਿਵ ਮੈਥਡ ਅਤੇ ਵਿਦ ਦ ਕੰਟਰਾਸੈਪਟਿਵ ਮੈਥਡ। ਉਹਨੂੰ ਕੀ ਹੈ, ਕੋਈ ਉਹਦੇ ਡਿਜ਼ਾਇਰ ਪਲੇਜਰ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਹੋਣੀ ਚਾਹੀਦੀ, ਉਹਨੂੰ ਸੇਮ ਅਮਾਊਂਟ ਆਫ ਪਲੇਜਰ ਮਿਲਣਾ ਚਾਹੀਦਾ। ਠੀਕ ਹੈ, ਅ ਵਾਈਡ ਰੇਂਜ ਆਫ ਕੰਟਰਾਸੈਪਟਿਵ ਮੈਥਡਸ ਆਰ ਪ੍ਰੈਜ਼ੈਂਟਲੀ ਅਵੇਲੇਬਲ ਵਿਚ ਕੁਡ ਬੀ ਬ੍ਰੌਡਲੀ ਗਰੁੱਪਡ ਇਨਟੂ ਦ ਫੋਲੋਇੰਗ ਕੈਟੇਗਰੀਜ਼। ਠੀਕ ਹੈ, ਕਾਫੀ ਜ਼ਿਆਦਾ ਕੰਟਰਾਸੈਪਟਿਵ ਮੈਥਡਸ ਪ੍ਰੈਜ਼ੈਂਟਲੀ ਅਵੇਲੇਬਲ ਹੈਗੇ ਆ ਜਿਨ੍ਹਾਂ ਨੂੰ ਕਿ ਆਪਾਂ ਫੋਲੋਇੰਗ ਕੈਟੇਗਰੀਜ਼ ਦੇ ਵਿੱਚ ਕੈਟੇਗਰਾਈਜ਼ ਜਾਂ ਤੁਸੀਂ ਕਹਿ ਸਕਦੇ ਗਰੁੱਪ ਕਰ ਸਕਦੇ ਹਾਂ। ਠੀਕ ਹੈ, ਕਿਹੜੇ ਕਿਹੜੇ ਨੇ? ਫਸਟ ਇਜ਼ ਨੈਸ਼ਨਲ ਜਾਂ ਟ੍ਰੈਡੀਸ਼ਨਲ ਕੰਟਰਾਸੈਪਟਿਵ ਮੈਥਡ, ਸੈਕਿੰਡ ਹੈਗਾ ਬੈਰੀਅਰ, ਥਰਡ ਹੈਗੇ ਨੇ ਇੰਟਰਯੂਟਰਾਈਨ ਡਿਵਾਈਸਿਸ, ਫੋਰਥ ਆਰ oral contraceptive, fifth are injectables, sixth are implants, and seventh are surgical methods. So these are the 7 contraceptive methods: natural or traditional, barriers, IUDs, oral contraceptives, injectables, implants, and the surgical methods. So natural methods work on the principle of avoiding chances of overman sperms meeting। ਜਿਹੜੇ ਨੈਚੁਰਲ ਮੈਥਡਸ ਨੇ ਉਹ ਕੀ ਆ, ਇਨ ਕੇਸ ਆਫ ਕਿ ਉਹ ਸੈਕਸ਼ੁਅਲ ਪਲੈਜ਼ਰ ਦਿੰਦੇ ਆ, ਓਕੇ ਗ੍ਰੇਟ। ਠੀਕ ਆ, ਇਫੈਕਟਿਵਨੈਸ ਉਹਨਾਂ ਦੀ ਬਹੁਤ ਪੂਰ ਹੁੰਦੀ ਆ। ਠੀਕ ਹੈ, ਨੈਚੁਰਲ ਮੈਥਡਸ ਦੀ ਇਫੈਕਟਿਵਨੈਸ ਬਹੁਤ ਪੂਰ ਹੁੰਦੀ ਆ, ਹੁੰਦੇ ਯੂਜ਼ਰ ਫਰੈਂਡਲੀ ਨੇ। ਠੀਕ ਆ, ਅਤੇ ਸਾਈਡ ਇਫੈਕਟਸ ਇਹਨਾਂ ਦਾ ਕੋਈ ਹੁੰਦਾ ਹੀ ਨਹੀਂ, ਨੈਚੁਰਲ ਮੈਥਡ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਬਟ ਇਫੈਕਟਿਵਨੈਸ ਜਿਹੜਾ ਹੈ ਉਹ ਇੱਕ ਪਰਸਪੈਕਟਿਵ, ਉਹ ਇੱਕ ਫੈਕਟਰ ਆ ਜਿੱਥੇ ਇਹ ਲੈਕ ਕਰ ਜਾਂਦੇ ਆ। ਠੀਕ ਆ, ਨੈਚੁਰਲ ਮੈਥਡ ਕਿਸ ਪ੍ਰਿੰਸੀਪਲ ਦੇ ਉੱਪਰ ਕੰਮ ਕਰਦੇ ਆ? ਉਹ ਇਸ ਪ੍ਰਿੰਸੀਪਲ ਦੇ ਉੱਪਰ ਕੰਮ ਕਰਦੇ ਆ ਕਿ ਆਪਾਂ ਓਵਮ ਅਤੇ ਸਪਰਮ ਨੂੰ ਮੀਟ ਨਹੀਂ ਹੋਣ ਦੇਣਾ। ਠੀਕ ਆ, ਦਿਸ ਇਜ਼ ਦ ਪ੍ਰਿੰਸੀਪਲ ਔਨ ਵਿਚ ਦ ਨੈਚੁਰਲ ਮੈਥਡਸ ਵਰਕ। ਠੀਕ ਹੈ, ਫਸਟ ਇਜ਼ ਦ ਪੀਰੀਓਡਿਕ ਐਬਸਟੀਨੈਂਸ। ਠੀਕ ਹੈ, ਪੀਰੀਓਡਿਕ ਐਬਸਟੀਨੈਂਸ ਇੱਕ ਇਹੋ ਜਿਹਾ ਮੈਥਡ ਆ ਜਿਹਦੇ ਵਿੱਚ ਜਿਹੜੇ ਕਪਲਸ ਨੇ ਉਹ ਕੀ ਆ, ਸੈਕਸ਼ੁਅਲ ਕੁਆਟਸ ਨਹੀਂ ਕਰਦੇ ਫਰੋਮ ਦ ਡੇ 10 to 70। ਇਹ ਕੀ ਫਰਟਾਈਲ ਪੀਰੀਅਡ ਹੁੰਦਾ ਗਾ। ਠੀਕ ਹੈ, ਜਦੋਂ ਜੇ ਇਸ ਦਿਨਾਂ ਦੇ ਦੌਰਾਨ ਸੈਕਸ਼ੁਅਲ ਇੰਟਰਕੋਰਸ ਕੀਤਾ ਜਾਵੇ ਤਾਂ ਜਿਹੜੇ ਫਰਟੀਲਾਈਜੇਸ਼ਨ ਦੇ ਜਿਹੜੇ ਚਾਂਸਿਸ ਨੇ ਉਹ ਮੈਕਸੀਮਮ ਹੁੰਦੇ ਨੇ। ਠੀਕ ਆ, ਪਰ ਅਗਰ ਇਹਨਾਂ ਦਿਨਾਂ ਦੇ ਦੌਰਾਨ ਉਹਨੂੰ
ਪ੍ਰੀਵੈਂਟ ਕਰ ਦਿੱਤਾ ਜਾਵੇ, ਠੀਕ ਹੈ। ਇਹਨਾਂ ਦਿਨਾਂ ਦੌਰਾਨ ਸੈਕਸ਼ੂਅਲ ਇੰਟਰਕੋਰਸ ਨਾ ਕੀਤਾ ਜਾਵੇ, ਇਹਦੇ ਅੱਗੇ ਪਿੱਛੇ ਕੀਤਾ ਜਾਵੇ, ਤਾਂ ਜਿਹੜੀ ਆ ਉਹ ਆਪਾਂ ਕੀ ਕਰ ਸਕਦੇ ਆ, ਪ੍ਰੀਵੈਂਟ ਕਰ ਸਕਦੇ ਆ ਫਰਟੀਲਾਈਜੇਸ਼ਨ ਨੂੰ, ਠੀਕ ਹੈ। ਸੋ 10 to 70 ਦੇ ਵਿੱਚ ਸੈਕਸ਼ੂਅਲ ਕੁਆਲਿਟੀਜ਼ ਨੂੰ ਅਵੋਇਡ ਕੀਤਾ ਜਾਵੇ, ਠੀਕ ਹੈ। ਮੈਂਸਟਰੁਅਲ ਸਾਈਕਲ ਦੇ 10 to 70 ਡੇ ਦੇ ਵਿੱਚ ਮਹੀਨੇ ਦੇ 10 to 70 ਨਹੀਂ ਕਿ 10 ਤੋਂ 17 ਤਰੀਕ ਮਹੀਨੇ ਦੀ, ਠੀਕ ਹੈ। ਨੋ, ਮੈਂਸਟਰੁਅਲ ਸਾਈਕਲ ਦੀ 10 ਤੋਂ 17 ਤਰੀਕ, ਠੀਕ ਹੈ। ਵੈਨ ਦ ਓਵੂਲੇਸ਼ਨ ਕੁਡ ਬੀ ਐਕਸਪੈਕਟਡ, ਕਿਉਂਕਿ ਇਹਦੋਂ ਓਵੂਲੇਸ਼ਨ ਐਕਸਪੈਕਟਡ ਹੁੰਦੀ ਆ ਅਤੇ ਇਹਦੋਂ ਕੀ ਆ ਮੈਕਸੀਮਮ ਚਾਂਸਿਸ ਹੁੰਦੇ ਆ ਸਪਰਮ ਅਤੇ ਓਵਮ ਦੀ ਮੀਟਿੰਗ ਦੇ। ਆਸ ਚਾਂਸਿਸ ਆਫ ਫਰਟੀਲਾਈਜੇਸ਼ਨ ਆਰ ਵੈਰੀ ਹਾਈ ਡਿਊਰਿੰਗ ਦਿਸ ਪੀਰੀਅਡ, ਠੀਕ ਹੈ। ਫਰਟੀਲਾਈਜੇਸ਼ਨ ਦੇ ਚਾਂਸਿਸ ਬਹੁਤ ਜ਼ਿਆਦਾ ਹਾਈ ਹੁੰਦੇ ਆ ਇਸ ਪੀਰੀਅਡ ਦੇ, ਇਸੇ ਕਰਕੇ ਇਹਨੂੰ ਆਪਾਂ ਫਰਟਾਈਲ ਪੀਰੀਅਡ ਕਹਿੰਦੇ ਆ। Therefore, by abstaining from coitus during this period, conception could be prevented, ਠੀਕ ਹੈ। ਅਗਰ ਤੁਸੀਂ ਇਸ ਪੀਰੀਅਡ ਦੇ ਵਿੱਚ ਕੋਇਟਸ ਨਹੀਂ ਕਰੋਗੇ ਤਾਂ ਨਾਲ ਕੀ ਜਿਹੜੀ ਕੰਸੈਪਸ਼ਨ ਹੈ ਉਹਨੂੰ ਪ੍ਰੀਵੈਂਟ ਕੀਤਾ ਜਾ ਸਕਦਾ, ਪ੍ਰੈਗਨੈਂਸੀ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਹੈ। Withdrawal or coitus interruptus is another method in which the male partner withdraws his penis from the vagina just before ejaculation so as to avoid insemination, ਠੀਕ ਹੈ। ਵਿਦਡਰਾਲ ਜਾਂ ਫਿਰ ਕੋਇਟਸ ਇੰਟਰਪਟਸ ਜਿਹੜਾ ਹੈਗਾ ਦੂਜਾ ਮੈਥਡ ਆ, ਜਿਹਦੇ ਵਿੱਚ ਜਿਹੜਾ ਮੇਲ ਪਾਰਟਨਰ ਹੈ ਉਹ ਆਪਦੀ ਪੈਨਿਸ ਨੂੰ ਜਸਟ ਇਜੈਕੂਲੇਸ਼ਨ ਤੋਂ ਪਹਿਲਾਂ ਜਾਂ ਇਨਸੈਮੀਨੇਸ਼ਨ ਤੋਂ ਪਹਿਲਾਂ ਜਿਹੜਾ ਹੈਗਾ ਵਿਦਡਰੋ ਕਰ ਲੈਂਦਾ। ਪਰ ਇਹ ਮੈਥਡ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਸੈਲਫ ਕੰਟਰੋਲ ਹੋਣਾ ਚਾਹੀਦਾ ਬੰਦੇ ਕੋਲ, ਠੀਕ ਹੈ। ਕਿਉਂਕਿ ਜਦੋਂ ਨਾ ਇਜੈਕੂਲੇਸ਼ਨ ਹੁੰਦੀ ਆ ਤਾਂ ਉਦੋਂ ਜਿਹੜਾ ਪੀਕ 'ਤੇ ਹੁੰਦਾ ਬੰਦਾ ਸੈਕਸ਼ੂਅਲ ਪਲੈਜ਼ਰ ਦੀ, ਠੀਕ ਹੈ, ਉਹਨੂੰ ਫੀਲ ਹੁੰਦਾ ਗਾ, ਠੀਕ ਹੈ। ਉਹਨੂੰ ਥੋੜ੍ਹਾ ਦਰਦ ਫੀਲ ਹੁੰਦਾ, ਉਹਨੂੰ ਥੋੜ੍ਹਾ ਮਤਲਬ ਥੋੜ੍ਹਾ ਕੁਛ ਤਾਂ ਫੀਲ ਹੁੰਦਾ ਗਾ, ਠੀਕ ਆ। ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਇਨਸੈਮੀਨੇਸ਼ਨ ਹੋਣ ਵਾਲੀ ਆ ਤਾਂ ਉਹ ਕੀ ਜਸਟ ਇਨਸੈਮੀਨੇਸ਼ਨ ਤੋਂ ਪਹਿਲਾਂ ਕੀ ਕਰ ਲੈਂਦਾ, ਆਪਦੀ ਜਿਹੜੀ ਪੈਨਿਸ ਆ ਉਹਨੂੰ ਵਿਦਡਰੋ ਕਰ ਲੈਂਦਾ ਗਾ, ਠੀਕ ਹੈ, ਵਜਾਈਨਾ 'ਚੋਂ। ਸੋ ਜਿਹੜਾ ਇਨਸੈਮੀਨੇਸ਼ਨ ਨਹੀਂ ਹੁੰਦੀ ਅਤੇ ਸੀਮਨ ਹੀ ਨਹੀਂ ਅੰਦਰ ਗਿਆ ਤਾਂ ਫਿਰ ਫਰਟੀਲਾਈਜੇਸ਼ਨ ਕਿਹਦੇ ਨਾਲ ਹੋਊਗੀ। ਬਟ ਇਹਦਾ ਇੱਕ ਤਾਂ ਚਲੋ ਮਤਲਬ ਸੈਲਫ ਕੰਟਰੋਲ ਬਹੁਤ ਜ਼ਿਆਦਾ ਹੋਣਾ ਚਾਹੀਦਾ ਹੈਗਾ, ਅਤੇ ਬੰਦੇ ਨੂੰ ਪਤਾ ਵੀ ਲੱਗਣਾ ਚਾਹੀਦਾ ਕਿ ਹਾਂ, ਠੀਕ ਹੈ, ਉਹਨੂੰ ਫੀਲਿੰਗ ਵੀ ਹੋਣੀ ਚਾਹੀਦੀ ਹੈ ਕਿ ਹਾਂ, ਕਈ ਬੰਦੇ ਨੂੰ ਪਤਾ ਹੀ ਲੱਗਦਾ ਕਿ ਹੁਣ ਇਨਸੈਮੀਨੇਟ ਕਰਨ ਵਾਲਾ ਵਾ, ਠੀਕ ਹੈ। ਅਤੇ ਐਂਡ ਇੱਕ ਇਹਦਾ ਹੋਰ ਵੀ ਆ ਕਿ ਇਨਸੈਮੀਨੇਸ਼ਨ ਤੋਂ ਪਹਿਲਾਂ ਨਾ ਥੋੜ੍ਹਾ ਜਿਹਾ ਪ੍ਰੀ ਇਜੈਕੂਲੇਸ਼ਨ ਫਲੂਇਡ ਵੀ ਜਾਂਦਾ ਹੈਗਾ, ਠੀਕ ਹੈ। ਉਹਦੇ ਵਿੱਚ ਵੀ ਕੁਝ 2-4 ਸਪਰਮਸ ਹੁੰਦੇ ਨੇ, ਠੀਕ ਹੈ। ਅਤੇ ਉਹ ਅਗਰ ਫਲੂਇਡ ਚੱਲ ਗਿਆ ਉਹਦੇ ਵਿੱਚ ਸਪਰਮਸ ਹੈਗੀ ਆ, ਠੀਕ ਹੈ, ਤਾਂ ਫਿਰ ਕੀ ਆ, ਫਿਰ ਵੀ ਕੀ ਹੋ ਸਕਦੀ ਆ, ਫਰਟੀਲਾਈਜੇਸ਼ਨ ਹੋ ਸਕਦੀ ਆ। ਤਾਂ ਬੈਸਟ ਆਪਾਂ ਕੀ ਕਰ ਸਕਦੇ ਹਾਂ ਇਹਦੇ ਵਿੱਚ, ਨੈਚੁਰਲ ਮੈਥਡ ਦੇ ਵਿੱਚ ਆਪਾਂ ਕਰ ਸਕਦੇ ਹਾਂ ਕਿ ਆਪਾਂ ਪੀਰੀਓਡਿਕ ਐਬਸਟੈਨੈਂਸ ਅਤੇ ਕੋਇਟਸ ਇੰਟਰਪਟਸ ਨੂੰ ਦੋਨਾਂ ਨੂੰ ਇਕੱਠਿਆਂ ਅਪਲਾਈ ਕਰ ਸਕਦੇ ਹਾਂ, ਠੀਕ ਹੈ। ਇੱਕ ਤਾਂ ਆਪਾਂ ਵੀ ਜਿਹੜਾ ਸੈਕਸ਼ੂਅਲ ਕੋਇਟਸ ਹੈ ਉਹ ਉਦੋਂ ਕੀਤਾ ਜਾਵੇ ਜਦੋਂ ਫਰਟਾਈਲ ਪੀਰੀਅਡ ਨਾ ਹੋਵੇ, ਪਲੱਸ ਠੀਕ ਹੈ ਜਿਹੜੀ ਮਤਲਬ ਪੈਨਿਸ ਆ ਉਹਨੂੰ ਕੀ ਵਿਡਰੋ ਕਰ ਲਿਆ ਜਾਵੇ ਜਸਟ ਬਿਫੋਰ ਦਾ ਇਨਸੈਮੀਨੇਸ਼ਨ। ਇਹਦੇ ਨਾਲ ਆਪਾਂ ਨੂੰ ਮੈਕਸਿਮਮ ਰਿਜ਼ਲਟ ਦੇਖਣ ਨੂੰ ਮਿਲ ਸਕਦਾ ਹੈਗਾ, ਠੀਕ ਆ। ਨੈਕਸਟ ਇਜ਼ ਲੈਕਟੇਸ਼ਨਲ ਏਮਿਨੋਰੀਆ, ਠੀਕ ਹੈ, ਬਟ ਫਿਰ ਵੀ ਫੇਲੀਅਰ ਦੇ ਚਾਂਸਿਸ ਇਹਨਾਂ ਦੇ ਬਹੁਤ ਜ਼ਿਆਦਾ ਹੁੰਦੇ ਆ, ਠੀਕ ਹੈ। ਲੈਕਟੇਸ਼ਨਲ ਏਮਿਨੋਰੀਆ, ਐਬਸੈਂਸ ਆਫ ਮੈਨਸਟਰੂਏਸ਼ਨ, ਠੀਕ ਹੈ। ਇੱਕ ਤਾਂ ਇਹਦੇ ਵਿੱਚ ਇਹੀ ਪੀਰੀਓਡਿਕ ਐਬਸੈਂਸ ਦੇ ਵਿੱਚ ਇਹੀ ਫੀਲ ਦਾ ਚਾਂਸ ਹੈ ਕਿ ਜਿਹੜੇ ਬਹੁਤ ਸਾਰੇ ਵਿਊਮੈਨ ਨੇ, ਠੀਕ ਹੈ, ਉਹਨਾਂ ਦਾ ਅੱਜ ਕੱਲ੍ਹ ਕੀ ਆ their menstrual period is not regulated। ਇੱਕ ਵਾਰੀ ਅਗਰ 28 ਦਿਨ ਆ ਰਿਹਾ, ਦੂਜੀ ਵਾਰੀ ਉਹਨਾਂ ਨੂੰ 21 ਦਿਨ ਆ ਜਾਂਦੇ ਆ, ਠੀਕ ਆ। ਅਤੇ ਉਹਦੇ ਵਿੱਚ ਵੀ ਤੁਸੀਂ ਇਹਦਾ ਸਹੀ ਅੰਦਾਜ਼ਾ ਨਹੀਂ ਲਗਾ ਕੇ ਰੱਖ ਸਕਦੇ, ਠੀਕ ਹੈ। ਲੈਕਟੇਸ਼ਨਲ ਏਮਿਨੋਰੀਆ, ਠੀਕ ਹੈ, ਐਬਸੈਂਸ ਆਫ ਮੈਨਸਟਰੂਏਸ਼ਨ, ਠੀਕ ਹੈ, ਡਿਊਰਿੰਗ ਜਦੋਂ ਬੱਚੇ ਨੂੰ ਬ੍ਰੈਸਟ ਫੀਡ ਕਰ ਰਹੀ ਹੁੰਦੀ ਆ ਮਦਰ, ਉਦੋਂ ਕੀ ਆ ਉਹਨੂੰ ਪੀਰੀਅਡਸ ਨਹੀਂ ਆਉਂਦੀ, ਠੀਕ ਹੈ। ਅਰਾਊਂਡ 6 months ਦਾ ਇਹ ਹੁੰਦਾ ਹੈਗਾ ਸਾਈਕਲ, ਠੀਕ ਆ। 6 months ਤੱਕ ਮਤਲਬ ਪ੍ਰੈਗਨੈਂਸੀ ਤੋਂ ਬਾਅਦ 6 months ਤੱਕ ਦ ਮਦਰ ਡਜ਼ ਨੋਟ ਬਲੀਡ ਔਰ ਡਜ਼ ਨੋਟ ਹੈਵ ਦ ਮੈਂਸਟਰੂਅਲ ਸਾਈਕਲ, ਠੀਕ ਹੈ। ਇਸ ਕਰਕੇ ਅਗਰ ਉਦੋਂ ਵੀ ਕੁਆਟਸ ਕੀਤਾ ਜਾਵੇ ਤਾਂ ਉਦੋਂ ਵੀ ਜਿਹੜੀ ਆ ਪ੍ਰੈਗਨੈਂਸੀ ਨਹੀਂ ਹੋਊਗੀ, ਕਿਉਂਕਿ ਉਦੋਂ ਉਹ ਵੀ ਨਹੀਂ ਰਿਲੀਜ਼ ਹੋਇਆ, ਉਦੋਂ ਮੈਂਸਟਰੂਅਲ ਸਾਈਕਲ ਚੱਲ ਹੀ ਨਹੀਂ ਰਿਹਾ, ਓਵੂਲੇਸ਼ਨ ਵਗੈਰਾ ਹੋ ਹੀ ਨਹੀਂ ਰਹੀ, ਠੀਕ ਹੈ। It is based on the fact that ovulation and therefore the cycle do not occur during the period of intense lactation following parturition। parturition ਤੋਂ ਬਾਅਦ intense lactation ਹੁੰਦੀ ਆ ਅਤੇ ਉਦੋਂ ਕੀ ਆ ਜਿਹੜਾ ਸਾਈਕਲ ਆ ਮੈਂਸਟਰੂਅਲ ਸਾਈਕਲ ਆ ਉਦੋਂ ਨਹੀਂ ਹੁੰਦਾ ਹੈਗਾ। Therefore, as long as the mother breastfeeds the child fully, chances of conception are almost nil। ਤਾਂ ਕੀ ਹੈ ਜਿਹੜਾ ਚਿਰ ਜਿਹੜੀ ਮਦਰ ਆ ਫੁੱਲੀ ਆਪਦੇ ਬੱਚੇ ਨੂੰ ਬ੍ਰੈਸਟ ਫੀਡ ਕਰਦੀ ਆ ਉਹਨਾਂ ਚਿਰ ਜਿਹੜਾ ਕੰਸੈਪਸ਼ਨ ਦੇ ਚਾਂਸਿਸ ਨੇ ਉਹ ਬਿਲਕੁਲ ਹੀ ਜ਼ੀਰੋ ਹੁੰਦੇ ਆ, ਠੀਕ ਆ। ਹਾਊਐਵਰ ਇਹ ਵੀ ਕੀ ਆ ਸਿਰਫ ਅਤੇ ਸਿਰਫ ਮੈਕਸੀਮਮ 6 months ਦੇ ਪੀਰੀਅਡ ਤੱਕ ਹੀ ਇਹਨੂੰ ਕੀ ਆ ਮੈਕਸੀਮਮ 6 months ਦੇ ਪੀਰੀਅਡ ਤੱਕ ਹੀ ਇਫੈਕਟਿਵ ਆ। ਬਟ ਕਈ ਵਾਰੀ ਕੀ ਆ ਕਿਸੇ ਦੇ ਵਿੱਚ ਕੀ ਆ 3-4 ਮਹੀਨਿਆਂ ਬਾਅਦ ਹੀ ਮੈਂਸਟਰੂਅਲ ਸਾਈਕਲ ਸ਼ੁਰੂ ਹੋ ਜਾਂਦਾ ਤਾਂ 6 months ਦਾ ਵੀ ਜਿਹੜਾ ਪੀਰੀਅਡ ਆ ਉਹ ਕੀ ਆ ਫਿਕਸਡ ਨਹੀਂ ਹੈਗਾ,
ਠੀਕ ਹੈ। ਐਜ਼ no ਮੈਡੀਸਿਨਸ ਔਰ ਡਿਵਾਈਸਿਸ ਆਰ ਯੂਜ਼ਡ ਇਨ ਦਿਸ ਮੈਥਡਸ, ਇਹਨਾਂ ਮੈਥਡਸ ਦੇ ਵਿੱਚ ਕੋਈ ਵੀ ਮੈਡੀਸਿਨਸ ਜਾਂ ਫਿਰ ਕੋਈ ਵੀ ਡਿਵਾਈਸਿਸ ਨਹੀਂ ਯੂਜ਼ ਕੀਤੇ ਜਾਂਦੇ ਹੈਗੇ। ਤੇ ਸਾਈਡ ਇਫੈਕਟਸ ਇਹਨਾਂ ਦੇ ਬਿਲਕੁਲ ਹੀ ਨਿਲ ਹੁੰਦੇ ਆ। ਚਾਂਸਿਸ ਆਫ ਫੇਲਰ ਬਟ ਇਹਨਾਂ ਦੇ ਬਹੁਤ ਜ਼ਿਆਦਾ ਹੀ ਹਾਈ ਹੁੰਦੇ ਨੇ। ਇਨ ਬੈਰੀਅਰ ਮੈਥਡਸ ਓਵਨ, ਠੀਕ ਹੈ, ਉਹਨਾਂ ਨੂੰ ਬੈਰੀਅਰ ਮੈਥਡਸ ਦੇ ਵਿੱਚ ਓਵਮ ਤੇ ਸਪਰਮ ਨੂੰ ਫਿਜ਼ੀਕਲੀ ਮੀਟ ਕਰਨ ਤੋਂ ਰੋਕਿਆ ਜਾਂਦਾ ਹੈਗਾ। ਠੀਕ ਹੈ, ਫਿਜ਼ੀਕਲ ਕੋਈ ਬੈਰੀਅਰ ਹੁੰਦਾ ਹੈਗਾ। ਠੀਕ ਹੈ, ਸੱਚ ਮੈਥਡਸ ਆਰ ਅਵੇਲੇਬਲ ਬੋਥ ਫॉर ਮੇਲਸ ਐਂਡ ਫੀਮੇਲਸ, ਮੇਲਸ ਤੇ ਫੀਮੇਲ ਦੋਨਾਂ ਵਾਸਤੇ ਇਹ ਜੋ ਮੈਥਡ ਜਿਹੜੇ ਅਵੇਲੇਬਲ ਨੇ। ਕੰਡੋਮਸ, ਕੰਡੋਮਸ ਕੀ ਨੇ, ਬੈਰੀਅਰਸ ਨੇ ਜਿਹੜੇ ਕਿ ਥਿਨ ਰਬੜ ਜਾਂ ਲੈਟੈਕਸ ਸ਼ੀਟ ਦੇ ਬਣੇ ਹੁੰਦੇ ਨੇ, ਤੇ ਇਹਨਾਂ ਨੂੰ ਕੀ ਆ ਪੈਨਿਸ ਕਵਰ ਕਰਨ ਦੇ ਲਈ ਮੇਲ ਦੇ ਵਿੱਚ, ਜਾਂ ਫਿਰ ਵਜਾਈਨਾ ਦੇ ਸਰਵਿਕਸ ਕਵਰ ਕਰਨ ਦੇ ਲਈ ਫੀਮੇਲ ਦੇ ਵਿੱਚ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈਗਾ ਜਸਟ ਬਿਫੋਰ ਦਾ ਕੁਆਰਟਸ। ਤਾਂ ਕਰਕੇ ਜਿਹੜਾ ਇਜੈਕੂਲੇਟਡ ਸੀਮਨ ਆ ਉਹ ਕੀ ਆ ਫੀਮੇਲ ਦੇ ਰੀਪਰੋਡਕਟਿਵ ਟੈਕਟ ਦੇ ਵਿੱਚ ਐਂਟਰ ਨਾ ਕਰ ਸਕੇ, ਉਹ ਬਸ ਟਰੈਪ ਹੋ ਕੰਡਮ ਦੇ ਵਿੱਚ ਟਰੈਪ ਹੋ ਕੇ ਰਹਿ ਜੀ। ਠੀਕ ਹੈ, ਜਦੋਂ ਪਹੁੰਚੂਗਾ ਹੀ ਨਹੀਂ ਫਿਜ਼ੀਕਲੀ ਉਹਨੂੰ ਰੋਕ ਦਿੱਤਾ ਗਿਆ ਹੈਗਾ, ਤਾਂ ਫਿਰ ਫਰਟੀਲਾਈਜੇਸ਼ਨ ਕਿਹਦੇ ਨਾਲ ਹੋਊਗੀ। ਠੀਕ ਹੈ, ਦਿਸ ਕੈਨ ਪ੍ਰੀਵੈਂਟ ਕਨਸੈਪਸ਼ਨ, ਇਹਨਾਂ ਨਾਲ ਕੀ ਹੈ ਕਨਸੈਪਸ਼ਨ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ। ਬਟ ਬਿਫੋਰ ਮੂਵਿੰਗ ਫਰਦਰ ਆਪਾਂ ਕੰਡਮ ਦੀ ਫੋਟੋ ਦੇਖ ਸਕਦੇ ਹਾਂ। ਠੀਕ ਹੈ, ਇਹ ਕੀ ਆ ਮੇਲ ਕੰਡਮ ਆ, ਇਹਨੂੰ ਕੀ ਆ ਪੈਨਿਸ ਦੇ ਉੱਪਰ ਚੜਾਇਆ ਜਾਂਦਾ ਹੈਗਾ। ਕੰਡਮ ਦੀ ਸਿਰਫ ਇੱਕੋ ਹੀ ਓਪਨਿੰਗ ਹੁੰਦੀ ਆ, ਦੂਜੇ ਪਾਸੋਂ ਕਲੋਜ਼ਡ ਹੁੰਦਾ, ਕਿਉਂਕਿ ਫੇਰ ਹੀ ਤਾਂ ਸੀਮਨ ਨੂੰ ਆਪਾਂ ਪ੍ਰੀਵੈਂਟ ਕਰ ਸਕਦੇ ਆ। ਠੀਕ ਹੈ, ਤੇ ਇਹ ਹੈਗਾ ਗਾ ਕੰਡਮ ਫॉर ਦ ਫੀਮੇਲ। ਠੀਕ ਆ, ਇਹਦੇ ਵਿੱਚ ਇੱਕ ਪਾਸੇ ਮਤਲਬ ਓਪਨ ਹੈ, ਇਹ ਇਧਰਲੇ ਪਾਸੇ ਵੀ ਇਹਦੇ ਸ਼ੀਟ ਹੁੰਦੀ ਹੈ, ਲੈਟੈਕਸ ਸ਼ੀਟ ਪ੍ਰੈਜ਼ੈਂਟ ਹੁੰਦੀ ਹੈ, ਤੇ ਇਹਨੂੰ ਕੀ ਆ ਫੀਮੇਲ ਇਨਸਰਟ ਕਰ ਸਕਦੇ ਆ ਇਨਸਾਈਡ ਦ ਵਜਾਈਨਾ ਐਟ ਦ ਸਰਵਿਕਸ ਟੂ ਪ੍ਰੀਵੈਂਟ ਦ ਕਨਸੈਪਸ਼ਨ। ਠੀਕ ਆ, Nirod is a popular brand of condom for the male. ਐਕਚੁਅਲੀ ਨਿਰੋਧ ਕੀ ਹੈ ਗਵਰਨਮੈਂਟ ਬ੍ਰਾਂਡ ਆ। ਠੀਕ ਹੈ, ਮੇਲ ਦੇ condoms ਦਾ। ਠੀਕ ਹੈ, ਤੇ ਬਹੁਤ ਪਪੂਲਰ ਆ। use of condoms has increased in recent years due to its additional benefit of protecting the user from contracting STIs and AIDS। ਠੀਕ ਹੈ, ਤੇ condoms ਦਾ ਜਿਹੜਾ ਰੀਸੈਂਟ ਈਅਰਸ ਦੇ ਵਿੱਚ ਯੂਜ਼ ਕਾਫੀ ਜ਼ਿਆਦਾ ਪਪੂਲਰਾਈਜ਼ ਹੋ ਗਿਆ, ਕਿਉਂਕਿ ਕਹਿੰਦਾ ਹੋਰ ਵੀ ਐਡੀਸ਼ਨਲ ਬੈਨੀਫਿਟ ਆ। ਉਹ ਹੈਗਾ ਗਾ ਕਿ ਯੂਜ਼ਰ ਨੂੰ STIs ਤੇ AIDS ਵਰਗੇ ਡਿਸੀਜ਼ਸ ਤੋਂ ਬਚਾਉਂਦਾ ਹੈ। ਬੋਥ ਦ ਮੇਲ ਐਂਡ ਦ ਫੀਮੇਲ condoms ਆਰ ਡਿਸਪੋਜ਼ੇਬਲ, ਦੋਨੋਂ ਜਿਹੜੇ ਮੇਲ ਤੇ ਫੀਮੇਲ condoms ਜਿਹੜੇ ਆ ਉਹ ਡਿਸਪੋਜ਼ੇਬਲ ਹੁੰਦੇ ਆ, ਤੇ ਇਹਨਾਂ ਨੂੰ ਆਪਾਂ ਸੈਲਫ ਇਨਸਰਟ ਕਰ ਸਕਦੇ ਆ। ਠੀਕ ਹੈ, ਇਸ ਕਰਕੇ ਇਹ ਕੀ ਯੂਜ਼ਰ ਨੂੰ ਪ੍ਰਾਈਵੇਸੀ ਪ੍ਰੋਵਾਈਡ ਕਰਦੇ ਹੈਗੇ। ਨੈਕਸਟ ਇਜ਼ ਡਾਇਫਰਾਮਸ, ਸਰਵਿਕਲ ਕੈਪਸ ਐਂਡ ਵਾਲਸ। ਠੀਕ ਹੈ, ਇਹ ਵੀ ਕੀ ਹੁੰਦੇ ਆ ਬੈਰੀਅਰਸ ਹੁੰਦੇ ਆ ਜਿਹੜੇ ਕਿ ਰਬੜ ਦੇ ਬਣੇ ਹੁੰਦੇ ਆ, ਜਿਨ੍ਹਾਂ ਨੂੰ ਕਿ ਫੀਮੇਲ ਰੀਪਰੋਡਕਟਿਵ ਟਰੈਕ ਦੇ ਵਿੱਚ ਇਨਸਰਟ ਕੀਤਾ ਜਾਂਦਾ ਹੈਗਾ ਟੂ ਕਵਰ ਦ ਸਰਵਿਕਸ ਡਿਊਰਿੰਗ ਕੁਆਰਟਸ। ਠੀਕ ਹੈ, ਇਹਨਾਂ ਨੂੰ ਕੀ ਹੈ ਕੁਆਰਟਸ ਦੌਰਾਨ ਸਰਵਿਕਸ ਨੂੰ ਕਵਰ ਕਰਨ ਦੇ ਲਈ ਯੂਜ਼ ਕੀਤਾ ਜਾਂਦਾ। ਡਾਇਫਰਾਮ, ਸਰਵਿਕਲ ਕੈਪਸ ਤੇ ਵਾਲਸ ਨੂੰ ਇਹ ਕੀ ਆ ਕੰਸੈਪਸ਼ਨ ਨੂੰ ਪ੍ਰੀਵੈਂਟ ਕਰਦੇ ਨੇ ਬਾਈ ਬਲੋਕਿੰਗ ਦਾ ਐਂਟਰੀ ਆਫ ਦਾ ਸਪਰਮ ਥਰੂ ਦਾ ਸਰਵਿਕਸ। ਠੀਕ ਹੈ, ਸਰਵਿਕਸ ਦੇ ਥਰੂ ਸਪਰਮ ਨੂੰ ਨਹੀਂ ਐਂਟਰ ਕਰਨ ਦਿੰਦੇ, ਜਿਹਦੇ ਨਾਲ ਜਿਹੜੀ ਕੰਸੈਪਸ਼ਨ ਹੋ ਕੀ ਆ ਪ੍ਰੀਵੈਂਟ ਹੋ ਜਾਂਦੀ ਆ। ਤੇ ਇਹ ਜਿਹੜੇ ਆ ਇਹਨਾਂ ਦਾ ਇੱਕ ਹੋਰ ਐਡੀਸ਼ਨਲ ਐਡਵਾਂਟੇਜ ਹੈ, ਦੈਟ ਇਜ਼ ਦੇ ਆਰ ਰੀਯੂਜ਼ੇਬਲ। ਬਾਰੀ ਬਾਰੀ ਇਹਨਾਂ ਦੇ ਉੱਪਰ ਪੈਸੇ ਲੋੜ ਨਹੀਂ ਪੈਂਦੀ, ਮੀਨਸ ਦੇ ਆਰ ਵਨ ਟਾਈਮ ਇਨਵੈਸਟਮੈਂਟ ਓਨਲੀ। ਠੀਕ ਹੈ, ਡਾਇਫਰਾਮ, ਸਰਵਿਕਲ ਕੈਪਸ ਤੇ ਵਾਲਸ। ਤੇ ਸਪਰਮਿਸਿਡਲ ਕਰੀਮਸ, ਜਾਲੀਸ ਜਾਂ ਫਿਰ ਫੋਮਸ ਨੂੰ ਵੀ ਇਹਨਾਂ ਦੇ ਨਾਲ ਯੂਜ਼ ਕੀਤਾ ਜਾਂਦਾ ਅਲੋਂਗ ਵਿਦ ਦ ਕੰਡਮਸ ਜਾਂ ਫਿਰ ਦੀਸ ਡਾਇਫਰਾਮ, ਸਰਵਿਕਲ ਕੈਪਸ ਤੇ ਵਾਲਸ ਨੂੰ ਵਾਲਸ ਦੇ ਨਾਲ ਕੀ ਆ ਜਿਹੜੇ ਫੀਮੇਲਸ ਨੇ ਉਹ ਕੀ ਆ ਸਪਰਮਿਸਿਡਲ ਕਰੀਮਸ ਨੂੰ, ਜਾਲੀਸ ਨੂੰ, ਫੋਮਸ ਨੂੰ ਵੀ ਯੂਜ਼ ਕਰ ਸਕਦੇ ਆ। ਠੀਕ ਹੈ, ਇਹ ਕੀ ਕਰਦੇ ਆ ਬਸ ਸਪਰਮ ਨੂੰ ਮਾਰ ਦਿੰਦੇ ਆ। ਠੀਕ ਹੈ, ਅਗਰ ਸਪਰਮ ਦੇ ਵਿੱਚ ਕੋਈ ਐਂਟਰ ਹੋਵੇ ਉਹਨੂੰ ਉਹ ਮਾਰ ਜਾਂਦਾ ਗਾ। ਠੀਕ ਹੈ, are usually used along with these barriers to increase their contraceptive efficiency। ਠੀਕ ਹੈ, ਇਹਨਾਂ barriers ਦੀ contraceptive efficiency increase ਕਰਨ ਦੇ ਲਈ ਇਹਨਾਂ barriers ਨੂੰ ਵੀ ਇਹਨਾਂ ਚੀਜ਼ਾਂ ਨੂੰ ਵੀ ਨਾਲ ਯੂਜ਼ ਕੀਤਾ ਜਾਂਦਾ ਹੈਗਾ। ਠੀਕ ਹੈ, another effective and popular method is the use of intrauterine devices। ਅਗਲਾ ਬਹੁਤ ਇਫੈਕਟਿਵ ਤੇ ਪਪੂਲਰ ਮੈਥਡ ਹੈਗਾ ਗਾ ਇੰਟਰਾਯੂਟੇਰਾਈਨ ਡਿਵਾਈਸਿਸ ਦੀ ਯੂਜ਼। ਠੀਕ ਹੈ, these devices are inserted by doctors or expert nurses in the uterus through vagina। ਇਹ ਜਿਹੜਾ ਡਿਵਾਈਸਿਸ ਨੇ ਇਹਨਾਂ ਨੂੰ ਕਿ ਡਾਕਟਰਸ ਦੇ ਦੁਆਰਾ ਜਾਂ ਫਿਰ ਐਕਸਪਰਟ ਨਰਸਿਸ ਦੇ ਦੁਆਰਾ ਯੂਟਰਸ ਦੇ ਵਿੱਚ ਇਨਵਰਟ ਕੀਤਾ ਜਾਂਦਾ ਥਰੂ ਦ ਵਜਾਈਨਾ। ਠੀਕ ਹੈ, these intrauterine devices are presently available as the ਹੁਣ intrauterine devices ਆ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ non medicated IUDs, ਇੱਕ ਹੁੰਦੇ ਆ copper releasing IUDs, ਇੱਕ ਹੁੰਦੇ ਨੇ ਕਿ hormone releasing IUDs। ਠੀਕ ਹੈ, ਫਸਟ ਆਫ ਆਲ non medicated IUDs ਦਾ ਐਗਜ਼ਾਮਪਲ ਹੈਗਾ ਲਿਪਿਸ ਲੂਪ। ਲਿਪਿਸ ਲੂਪ
ਕੁਛ ਇੱਦਾਂ ਦਾ ਐਸਾ ਸ਼ੇਪਡ ਹੁੰਦਾ ਗਾ ਜਿਹਨੂੰ ਕਿ ਯੂਟੇਰਸ ਦੇ ਵਿੱਚ ਇਨਸਰਟ ਕੀਤਾ ਜਾਂਦਾ ਅਤੇ ਇਹ ਕੀ ਆ ਇੱਕ ਫਿਜ਼ੀਕਲ ਬੈਰੀਅਰ ਦੀ ਤਰ੍ਹਾਂ ਹੀ ਐਕਟ ਕਰਦਾ, ਤੁਸੀਂ ਆਪਾਂ ਕਹਿ ਸਕਦੇ ਹੋ। ਠੀਕ ਹੈ, ਬਟ ਇੰਟਰਯੂਟਰਲ ਡਿਵਾਈਸਿਸ ਆ ਯੂਟੇਰਸ ਦੇ ਅੰਦਰ ਇਹਨੂੰ ਪਲਾਂਟ ਕੀਤਾ ਗਿਆ। ਬਸ ਇਹਨੂੰ ਕੀ ਆ, ਇਹ ਕੀ ਆ, ਉਹਨੂੰ ਸਪਰਮ ਨੂੰ ਨਹੀਂ ਪਹੁੰਚਣ ਦਿੰਦਾ ਟੂ ਦਾ ਓਵਾ। ਠੀਕ ਹੈ, ਫਿਜ਼ੀਕਲੀ ਉਹਨੂੰ ਰੋਕ ਦਿੰਦਾ ਹੈਗਾ। ਠੀਕ ਆ, ਜਿਹੜਾ ਲੋਅਰ ਵੈਡੀਕੇਟਡ ਆਈਓਡੀ ਹੈਗਾ, ਲਿਪਿਸ ਲੂਪ ਆ। ਨੈਕਸਟ ਹੈਗੇ ਨੇ ਕਾਪਰ ਰਿਲੀਜ਼ਿੰਗ ਆਈਓਡੀਸ, ਇਹਨਾਂ ਦੇ ਵਿੱਚ ਆਉਂਦੇ ਨੇ ਕਾਪਰ ਟੀ, ਕਾਪਰ 7, ਮਲਟੀਲੋਡ 375। ਇਹ ਕੀ ਨੇ, ਕਾਪਰ ਰਿਲੀਜ਼ਿੰਗ ਆਈਓਡੀਸ ਨੇ। ਠੀਕ ਹੈ, ਤੇ ਜਿਹੜੇ ਆ ਨੇ, ਠੀਕ ਹੈ, ਮੈਡੀਕੇਟਿਕ ਆਈਓਡੀਸ ਇੱਕ ਹੀ ਫੈਗੋਸਾਈਟੋਸਿਸ ਵੀ ਕਰਦੇ ਨੇ। ਠੀਕ ਹੈ, ਮਤਲਬ ਸਪੰਪਸ ਨੂੰ ਮਾਰ ਵੀ ਦਿੰਦੇ ਨੇ। ਇੱਕ ਹੋਰ ਚੀਜ਼ ਹੈਗੀ ਸੀ ਪਹਿਲਾਂ। ਸੋ ਇਹ ਜਿਹੜੇ ਕਾਪਰ ਰਿਲੀਜ਼ਿੰਗ ਆਈਓਡੀਸ ਨੇ, ਇੱਕ ਹੀ ਕਾਪਰ ਆਇਨਸ ਨੂੰ ਰਿਲੀਜ਼ ਕਰਦੇ ਨੇ। ਜੇ ਕਾਪਰ ਆਇਨਸ ਜਿਹੜੇ ਆ ਉਹ ਸਪਰਮ ਦੀ ਮੋਟਿਲਿਟੀ ਨੂੰ ਸਪਰੈਸ ਕਰਦੇ ਨੇ। ਹੁਣ ਸਪਰਮ ਦੀ ਮੋਟਿਲਿਟੀ ਨੂੰ ਸਪਰੈਸ ਕਰਤਾ ਤਾਂ ਜਿੰਨੇ ਟਾਈਮ ਦੇ ਵਿੱਚ ਉਹ ਪਹਿਲਾਂ ਪਹੁੰਚ ਸਕਦੇ ਸੀਗੇ ਉਹ ਸਾਡੇ ਕੋਲ ਐਪੂਲਰੀ ਰੀਜਨ ਦੇ ਵਿੱਚ, ਉਹਨਾਂ ਟਾਈਮ ਦੇ ਵਿੱਚ ਨਹੀਂ ਹੁਣ ਉਹ ਉੱਥੇ ਪਹੁੰਚ ਸਕਦੇ। ਉਹਨਾਂ ਨੂੰ ਪਹਿਲਾਂ ਨਾਲੋਂ ਵੱਧ ਟਾਈਮ ਲੱਗੂਗਾ ਅਤੇ ਇੰਨਾ ਟਾਈਮ ਤੋਂ ਵਜਾਈਨਾ ਦੇ ਵਿੱਚ ਸਪਰਮਸ ਦਾ ਉਹ ਸਰਵਾਈਵ ਵੀ ਨਹੀਂ ਕਰ ਸਕਦੇ, ਕਿਉਂਕਿ ਸਪਰਮਸ ਐਲਕਲਾਈਨ ਮੀਡੀਅਮ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਅਤੇ ਵਜਾਈਨਾ ਦੇ ਵਿੱਚ ਐਸਿਡਿਕ ਮੀਡੀਅਮ ਹੁੰਦਾ ਹੈਗਾ। ਅਤੇ ਐਸਿਡਿਕ ਮੀਡੀਅਮ ਦੇ ਵਿੱਚ ਉਹ ਬਹੁਤ ਘੱਟ ਸਮੇਂ ਲਈ ਮੀਨਸ 24 to 48 ਆਵਰਸ ਹੀ ਸਰਵਾਈਵ ਕਰ ਸਕਦੇ ਆ ਉਹ। ਠੀਕ ਹੈ, ਤੇ ਆਈਓਡੀਸ ਜਿਹੜੇ ਆ ਤੇ ਉਹਦੇ ਬਾਅਦ ਹੈਗੇ ਨੇ ਹਾਰਮੋਨ ਰਿਲੀਜ਼ਿੰਗ ਆਈਓਡੀਸ। ਜਿਹੜੇ ਹਾਰਮੋਨ ਰਿਲੀਜ਼ਿੰਗ ਆਈਓਡੀਸ ਨੇ ਉਹਨਾਂ ਦੇ ਐਗਜ਼ਾਮਪਲ ਹੈਗੇ ਆਪਣੇ ਕੋਲ ਪ੍ਰੋਜੈਸਟਾਸਰਟ ਤੇ LNG-20। ਇਹ ਐਗਜ਼ਾਮਪਲਸ ਯਾਦ ਰੱਖਣਾ। ਠੀਕ ਹੈ, ਨੋਨ ਮੈਡੀਕੇਟਡ ਹੈਗੇ ਆਗਾ ਲਿਪਿਸ ਲੂਪ। ਕਾਪਰ ਰਿਲੀਜ਼ਿੰਗ ਦੇ ਹੈਗੇ ਕਾਪਰ ਟੀ, ਕਾਪਰ 7, ਮਲਟੀਲੋਡ 375। ਤੇ ਹਾਰਮੋਨ ਰਿਲੀਜ਼ਿੰਗ ਆਈਓਡੀਸ ਐਗਜ਼ਾਮਪਲ ਹੈਗੇ ਆਪਣੇ ਕੋਲ ਪ੍ਰੋਜੈਸਟਾਸਰਟ ਤੇ LNG-20। ਜਿਹੜੇ ਆਈਓਡੀਸ ਹੁੰਦੇ ਆ ਉਹ ਕੀ ਆ, ਫੈਗੋਸਾਈਟੋਸਿਸ, ਸਪਰਮਸ ਦੀ ਫੈਗੋਸਾਈਟੋਸਿਸ ਨੂੰ ਇਨਕਰੀਜ਼ ਕਰਦੇ ਨੇ ਵਿਦਿਨ ਦਾ ਯੂਟੇਰਸ। ਠੀਕ ਹੈ, ਤੇ ਕਾਪਰ ਆਇਨਸ ਜਿਹੜੇ ਰਿਲੀਜ਼ ਹੁੰਦੇ ਆ ਉਹ ਕੀ ਆ, ਸਪਰਮ ਦੀ ਮੋਟਿਲਿਟੀ ਨੂੰ ਸਪਰੈਸ ਕਰਦੇ ਨੇ ਤੇ ਸਪਰਮ ਦੀ ਫਰਟੀਲਾਈਜ਼ਿੰਗ ਕਪੈਸਿਟੀ ਨੂੰ ਕੀ ਕਰਦੇ ਆ, ਉਹ ਵੀ ਸਪਰੈਸ ਕਰਦੇ ਨੇ। ਠੀਕ ਹੈ, ਕਾਪਰ ਆਇਨਸ ਸਪਰਮ ਦੀ ਮੋਟਿਲਿਟੀ ਨੂੰ ਤੇ ਸਪਰਮ ਦੀ ਫਰਟੀਲਾਈਜ਼ਿੰਗ ਕਪੈਸਿਟੀ ਨੂੰ ਸਪਰੈਸ ਕਰਦੇ ਨੇ। The hormone releasing iodines in addition make the uterus unsuitable for implantation। ਠੀਕ ਹੈ, ਉੱਪਰ ਪਹਿਲਾਂ ਤਾਂ ਆਪਾਂ ਗੱਲ ਕੀਤੀ ਆ ਹਾਰਮੋਨ ਰਿਲੀਜ਼ ਉਹਦੀ ਨੋਨ ਮੈਡੀਕੇਟਡ ਦੀ, ਉਹ ਕੀ ਕਰਦੇ ਆ, ਫੈਗੋਸਾਈਟੋਸਿਸ ਕਰਦੇ ਆ। ਫਿਰ ਆਪਾਂ ਨੇ ਗੱਲ ਕੀਤੀ ਹੈ ਕਿ ਕਾਪਰ ਰਿਲੀਜ਼ਿੰਗ ਦੀ, ਕਾਪਰ ਰਿਲੀਜ਼ਿੰਗ ਕੀ ਕਰਦੇ ਆ, ਉਹ ਕਾਪਰ ਆਇਨਸ ਰਿਲੀਜ਼ ਕਰਦੇ ਆ ਜਿਹੜੇ ਕਿ ਸਪਰਮ ਦੀ ਮੋਟਿਲਿਟੀ ਨੂੰ ਤੇ ਉਹਦੀ ਫਰਟੀਲਾਈਜ਼ਿੰਗ ਕਪੈਸਿਟੀ ਨੂੰ ਸਪਰੈਸ ਕਰਦੇ ਆ। ਫਿਰ ਉਹਦੇ ਬਾਅਦ ਆਪਾਂ ਨੇ ਗੱਲ ਕੀਤੀ ਆ ਹਾਰਮੋਨ ਰਿਲੀਜ਼ਿੰਗ ਆਈਓਡੀਸ ਦੀ। ਹਾਰਮੋਨ ਰਿਲੀਜ਼ਿੰਗ ਆਈਓਡੀਸ ਕੀ ਕਰਦੇ ਆ, ਉਹ ਯੂਟੇਰਸ ਨੂੰ ਅਨਸੂਟੇਬਲ ਬਣਾ ਦਿੰਦੇ ਆ ਇੰਪਲਾਂਟੇਸ਼ਨ ਦੇ ਲਈ। ਠੀਕ ਹੈ, ਜਿਹੜਾ ਯੂਟੇਰਸ ਆ ਉਹ ਇੰਪਲਾਂਟੇਸ਼ਨ ਲਈ ਸੁਟੇਬਲ ਨਹੀਂ ਬਚਦਾ ਅਤੇ ਜਿਹੜਾ ਸਰਵਿਕਸ ਆ ਉਹ ਵੀ ਹੋਸਟਾਈਲ ਹੋ ਜਾਂਦਾ ਟੂ ਦਾ ਸਪਰਮ। ਹੋਸਟਾਈਲ ਮੀਨਸ ਉਹਦਾ ਜਿਹੜਾ ਐਨਵਾਇਰਮੈਂਟ ਆ ਉਹ ਕੀ ਆ, ਅਨਫੇਵਰੇਬਲ ਹੋ ਜਾਂਦਾ ਹੈਗਾ ਸਪਰਮਸ ਦੇ ਲਈ, ਅਤੇ ਇੱਦਾਂ ਦਾ ਐਨਵਾਇਰਮੈਂਟ ਬਣ ਜਾਂਦਾ ਕਿ ਜਿਹਦੇ ਵਿੱਚ ਸਪਰਮਸ ਦਾ ਰਹਿ ਸਕਣ। ਆਈਓਡੀਜ਼ ਆਰ ਆਈਡੀਅਲ ਕੰਟਰਾਸੈਪਟਿਵਸ ਫॉर द ਫੀਮੇਲ ਹੂ ਵਾਂਟ ਟੂ ਡਿਲੇ ਪ੍ਰੈਗਨੈਂਸੀ ਐਂਡ ਔਰ ਟੂ ਸਪੇਸ ਚਿਲਡਰਨ। ਠੀਕ ਹੈ, ਜਿਹੜੇ ਆਈਓਡੀਸ ਹੁੰਦੇ ਆ ਉਹ ਕੀ ਹੁੰਦੇ ਨੇ, ਆਈਡੀਅਲ ਕੰਟਰਾਸੈਪਟਿਵ ਹੁੰਦੇ ਨੇ ਫੀਮੇਲਸ ਦੇ ਲਈ, ਉਹਨਾਂ ਫੀਮੇਲਸ ਦੇ ਲਈ ਜਿਹੜੇ ਕਿ ਪ੍ਰੈਗਨੈਂਸੀ ਨੂੰ ਡਿਲੇ ਕਰਨਾ ਚਾਹੁੰਦੀਆਂ ਨੇ ਜਾਂ ਫਿਰ ਬੱਚਿਆਂ ਦੇ ਵਿੱਚ ਸਪੇਸ ਪਾਉਣਾ ਚਾਹੁੰਦੀਆਂ ਨੇ। ਇਟ ਇਜ਼ ਵਨ ਆਫ ਦ ਮੋਸਟ ਵਾਈਡਲੀ ਅਸੈਪਟਡ ਮੈਥਡਸ ਆਫ ਕੰਟਰਾਸੈਪਸ਼ਨ ਇਨ ਇੰਡੀਆ। ਠੀਕ ਹੈ, ਮੋਸਟ ਵਾਈਡਲੀ ਅਸੈਪਟਡ ਮੈਥਡ ਹੈ ਇੰਡੀਆ ਦੇ ਵਿੱਚ ਕੰਟਰਾਸੈਪਸ਼ਨ ਦਾ, ਕੌਣ ਹੈਗਾ ਗਾ, ਆਈਓਡੀਸ। ਸੋ ਇਹ ਕੁਐਸਚਨ ਆ ਸਕਦਾ ਕਿ ਮੋਸਟ ਵਾਈਡਲੀ ਅਸੈਪਟਡ ਮੈਥਡ ਕੰਟਰਾਸੈਪਟਿਵ ਮੈਥਡ ਕਿਹੜਾ ਹੈਗਾ ਇੰਡੀਆ ਦੇ ਵਿੱਚ, ਦੈਟ ਇਜ਼ ਆਈਓਡੀਸ। ਠੀਕ ਹੈ, oral administration of small doses of either progesterone or progesterone estrogen combination is another contraceptive method used by the females। ਠੀਕ ਹੈ, ਕੁਝ ਫੀਮੇਲਸ ਕੰਟਰਾਸੈਪਸ਼ਨ ਦੇ ਲਈ ਕੀ ਕਰਦੀਆਂ ਨੇ, ਔਰਲੀ ਪ੍ਰੋਜੈਸਟਰੋਜਨਸ ਨੂੰ ਜਾਂ ਪ੍ਰੋਜੈਸਟਰੋਜਨ ਈਸਟਰੋਜਨ ਦੀ ਕੰਬੀਨੇਸ਼ਨ ਨੂੰ ਲੈਂਦੀਆਂ ਨੇ। ਠੀਕ ਆ, ਮਤਲਬ ਪਿਲਸ ਦੀ ਫੋਰਮ ਦੇ ਵਿੱਚ ਤੁਸੀਂ ਕਹਿ ਸਕਦੇ ਹੋ। ਦੇ ਆਰ ਯੂਜ਼ਡ ਇਨ ਦ ਫੋਰਮ ਆਫ ਟੈਬਲੇਟਸ ਦੀ ਫੋਰਮ ਦੇ ਵਿੱਚ, ਤੇ ਹੈਂਸ ਇਹਨਾਂ ਨੂੰ ਕੀ ਆ, ਪੋਪੂਲਰਲੀ ਪਿਲਸ ਕਿਹਾ ਜਾਂਦਾ ਹੈਗਾ। ਪਿਲਸ ਹੈਵ ਟੂ ਬੀ ਟੇਕਨ ਡੇਲੀ ਫੋਰ ਅ ਪੀਰੀਅਡ ਆਫ 21 ਡੇਜ਼। ਠੀਕ ਹੈ, ਜਿਹੜੀਆਂ ਪਿਲਸ ਹੁੰਦੀਆਂ ਨੇ ਉਹਨਾਂ ਨੂੰ 21 ਦਿਨਾਂ ਦੇ ਪੀਰੀਅਡ ਦੇ ਲਈ ਰੈਗੂਲਰਲੀ ਲਿਆ ਜਾਂਦਾ ਹੈਗਾ। ਠੀਕ ਹੈ, ਲਿਆ ਜਾਣਾ ਚਾਹੀਦਾ। ਠੀਕ ਹੈ, ਪ੍ਰੋਪਰ ਕੰਟਰਾਸੈਪਸ਼ਨ ਦੇ ਲਈ। ਅਤੇ ਉਹਨਾਂ ਦੀ ਜਿਹੜੀ ਇਨਟੇਕ ਆ ਕਦੋਂ ਸਟਾਰਟ ਕਰਨੀ ਆ, ਵਿਦਇਨ ਦਾ ਫਸਟ 5 ਡੇਜ਼। ਜਦੋਂ ਮੈਂਸਟਰੂਅਲ ਸਾਈਕਲ ਜਿਹੜਾ ਸਟਾਰਟ ਹੁੰਦਾ, ਮੈਂਸਟਰੂਏਸ਼ਨ ਹੁੰਦੀ ਹੈ, ਤਾਂ ਉਹਦੇ ਵਿਦਇਨ ਦਾ ਫਸਟ 5 ਡੇਜ਼ ਉਦੋਂ ਪਿਲਸ ਦਾ ਇਨਟੇਕ ਸ਼ੁਰੂ ਕੀਤਾ ਜਾਣਾ ਚਾਹੀਦਾ। ਫਿਰ ਉਹਦੇ ਬਾਅਦ 21 ਡੇਜ਼ ਦੇ ਲਈ ਲਗਾਤਾਰ ਪਿਲਸ ਨੂੰ ਲਿਆ ਜਾਣਾ ਚਾਹੀਦਾ। ਉਹਦੇ ਬਾਅਦ 7 ਡੇਜ਼ ਦਾ ਗੈਪ ਹੁੰਦਾ ਵਿੱਚ। ਠੀਕ ਹੈ, 7 ਡੇਜ਼ ਤੁਸੀਂ ਕੋਈ ਪਿਲ ਨਹੀਂ ਲੈਣੀ। ਠੀਕ ਆ, ਫਿਰ ਉਹਦੇ ਬਾਅਦ ਦੁਬਾਰਾ ਤੋਂ 21 ਦਿਨ ਫਿਰ ਪਿਲਸ ਲੈਣੀਆਂ ਹੁੰਦੀਆਂ ਨੇ ਅਗਰ ਤੁਸੀਂ ਉਹਨੂੰ ਐਕਸਟੈਂਡ ਕਰਨਾ ਚਾਹੁੰਦੇ ਹੋ ਸੇਮ ਟੂ। ਪਰ ਬਹੁਤ ਜ਼ਿਆਦਾ ਵੀਮਨ ਜਿਹੜੀਆਂ ਉਹ 7 ਦਿਨਾਂ ਦਾ ਗੈਪ ਭੁੱਲ ਜਾਂਦੇ ਨੇ ਕਿ ਅੱਜ ਕਿੰਨਵਾਂ ਦਿਨ ਹੋ ਗਿਆ। ਤਾਂ ਉੱਥੇ ਕੀ ਆ,
ਇੱਕ ਹੀ ਤਰ੍ਹਾਂ ਦੀਆਂ ਕੋਂਟਰਾਸੈਪਟਿਵ ਪਿਲਸ ਦੇ ਨਾਲ 7 ਡੇਜ਼ ਦੀਆਂ ਆਇਰਨ ਦੀਆਂ ਗੋਲੀਆਂ ਹੁੰਦੀਆਂ ਨੇ ਨਾਲ, ਠੀਕ ਹੈ। ਆਇਰਨ ਦੀਆਂ ਗੋਲੀਆਂ ਬਸ ਤਾਂ ਕਰਕੇ ਕਿ ਆਇਰਨ ਦੀ ਮਾਤਰਾ ਵਧਾਉਣ ਦੇ ਲਈ, ਠੀਕ ਹੈ। ਕਿਉਂਕਿ ਜੇ ਤੁਸੀਂ ਨਾ ਕੋਂਟਰਾਸੈਪਟਿਵ ਪਿਲਸ ਲੈਣ ਤੋਂ ਬਾਅਦ ਅਚਾਨਕ ਉਹਨਾਂ ਨੂੰ ਛੱਡ ਦਿਓ ਤਾਂ ਐਕਸੈਸਿਵ ਬਲੀਡਿੰਗ ਹੁੰਦੀ ਆ। ਐਕਸੈਸਿਵ ਬਲੀਡਿੰਗ ਹੋਊਗੀ ਤਾਂ ਫਿਰ ਬਹੁਤ ਜ਼ਿਆਦਾ ਹੀਮੋਗਲੋਬਿਨ ਘਟੂਗਾ ਤਾਂ ਆਇਰਨ ਦੀ ਘਾਟ ਹੋਊਗੀ, ਠੀਕ ਹੈ। ਆਇਰਨ ਦੀ ਘਾਟ ਨੂੰ ਕੌਣ ਫਿਰ ਕੰਪਨਸੇਟ ਕਰੂਗਾ? ਆਇਰਨ ਦੀਆਂ ਪਿਲਸ ਕੰਪਨਸੇਟ ਕਰ ਸਕਦੀਆਂ ਨੇ ਉਹਨੂੰ, ਠੀਕ ਹੈ। ਇਸ ਕਰਕੇ ਸੋ ਇਹ ਸੀ ਆਪਣੇ ਪਿਲਸ ਜਾਂ ਟੈਬਲੇਟਸ ਦੀ ਕਹਾਣੀ, ਠੀਕ ਆ। ਡੇਲੀ 21 ਡੇਜ਼ ਦੇ ਪੀਰੀਅਡ ਦੇ ਲਈ ਲਿਆ ਜਾਂਦਾ ਹੈਗਾ, ਪ੍ਰੈਫਰੇਬਲੀ ਸਟਾਰਟਿੰਗ ਵਿਦ ਦ ਫਸਟ 5 ਡੇਜ਼ ਆਫ ਦ ਮੈਂਸਟਰੁਅਲ ਸਾਈਕਲ। ਫਿਰ 7 ਦਿਨਾਂ ਦੇ ਗੈਪ ਤੋਂ ਬਾਅਦ ਜਦੋਂ ਕਿ ਮੈਂਸਟਰੂਏਸ਼ਨ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਨੂੰ ਰਿਪੀਟ ਕੀਤਾ ਜਾਣਾ ਚਾਹੀਦਾ ਵਿਦ ਦ ਸੇਮ ਪੈਟਰਨ। ਅਤੇ ਉਹਨਾਂ ਚਿਰ ਇਹਨਾਂ ਨੂੰ ਰਿਪੀਟ ਕੀਤਾ ਜਾਂਦਾ ਜਿੰਨਾ ਚਿਰ ਜਿਹੜੀ ਵਿਊਮਨ ਆ ਉਹ ਕੀ ਆ ਕੰਸੈਪਸ਼ਨ ਨੂੰ ਪ੍ਰੀਵੈਂਟ ਕਰਨਾ ਚਾਹੁੰਦੀ ਆ, ਠੀਕ ਹੈ। ਬਟ ਇਹਦੇ ਕਾਫੀ ਜ਼ਿਆਦਾ ਸਾਈਡ ਇਫੈਕਟਸ ਹੁੰਦੇ ਨੇ, ਜਾਂ ਕਈ ਵਾਰੀ ਹੁੰਦੇ ਨਾ ਪਿਲਸ ਲੈਣ ਤੋਂ ਬਾਅਦ ਇੰਨਾ ਕੁ ਜਿਹੜਾ ਯੂਟਰਸ ਆ ਉਹ ਹੋਸਟਾਈਲ ਹੋ ਜਾਂਦਾ ਹੈਗਾ ਕਿ ਦੁਬਾਰਾ ਤੋਂ ਜਦੋਂ ਕਨਸੀਵ ਵੀ ਕਰਨਾ ਚਾਹਵੇ ਵਿਊਮਨ ਤਾਂ ਉਹ ਕਨਸੀਵ ਨਹੀਂ ਕਰ ਪਾਉਂਦਾ, ਠੀਕ ਹੈ। ਕੁਛ ਨਾ ਕੁਛ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਉਹ ਸਟੀਰੋਇਡਲ ਪਿਲਸ ਲੈ ਰਹੀਆਂ ਨੇ। ਅਤੇ ਸਟੀਰੋਇਡਲ ਜਿਹੜੇ ਜੇ ਤੁਸੀਂ ਬਾਹਰੋਂ ਸਟੀਰੋਇਡਸ ਲੈ ਰਹੇ ਹੋ ਤਾਂ ਜਿਹੜੇ ਬੋਡੀ ਦੇ ਵਿੱਚ ਸਟੀਰੋਇਡਸ ਪ੍ਰੋਡਿਊਸ ਹੋਣਗੇ ਤਾਂ ਉਹਨਾਂ ਨਾਲ ਓਬਵੀਅਸਲੀ ਉਹ ਇੰਟਰਫੇਅਰ ਕਰਨਗੇ, ਰਾਈਟ। ਅਤੇ ਇਹ ਜਿਹੜੀ ਪਿਲਸ ਨੇ ਉਹ ਕੀ ਕਰਦੀਆਂ ਨੇ, ਓਵੂਲੇਸ਼ਨ ਨੂੰ ਇਨਹੀਬਿਟ ਕਰਦੀਆਂ ਨੇ ਅਤੇ ਇੰਪਲਾਂਟੇਸ਼ਨ ਨੂੰ ਵੀ ਇਨਹੀਬਿਟ ਕਰਦੀਆਂ ਨੇ ਅਤੇ ਸਰਵੀਕਲ ਮਿਊਕਸ ਦੀ ਕੁਆਲਿਟੀ ਨੂੰ ਐਲਟਰ ਕਰ ਦਿੰਦੀਆਂ ਨੇ ਅਤੇ ਜਿਹਦਾ ਕੀ ਆ ਸਪਰਮਸ ਦੀ ਐਂਟਰੀ ਨੂੰ ਪ੍ਰੀਵੈਂਟ ਜਾਂ ਫਿਰ ਰਿਟਾਰਡ ਕੀਤਾ ਜਾ ਸਕਦਾ ਹੈਗਾ, ਠੀਕ ਹੈ। ਕਿਹੜੀ ਕਿਹੜੀ ਚੀਜ਼ਾਂ ਕਰਦੀਆਂ ਨੇ? ਓਵੂਲੇਸ਼ਨ ਅਤੇ ਇੰਪਲਾਂਟੇਸ਼ਨ ਨੂੰ ਪ੍ਰੀਵੈਂਟ ਕਰਦੀਆਂ ਨੇ, ਇਨਹੀਬਿਟ ਕਰਦੀਆਂ ਨੇ ਅਤੇ ਸਰਵੀਕਲ ਮਿਊਕਸ ਦੀ ਜਿਹੜੀ ਉਹ ਹੁੰਦੀ ਆ ਕੁਆਲਿਟੀ ਹੁੰਦੀ ਆ ਉਹਨੂੰ ਐਲਟਰ ਕਰ ਦਿੰਦੀਆਂ ਨੇ, ਜਿਹਦੇ ਕਰਕੇ ਜਿਹੜੇ ਸਪਰਮਸ ਤੇ ਉਹ ਕੀ ਆ ਪ੍ਰੀਵੈਂਟ ਲਈ ਉਹ ਜਿਹੜੇ ਐਂਟਰ ਨਹੀਂ ਕਰ ਸਕਦੇ ਯੂਟਰਸ ਤੋਂ। ਪਿਲਸ ਆਰ ਵੈਰੀ ਇਫੈਕਟਿਵ ਵਿਦ ਲੈਸਰ ਸਾਈਡ ਇਫੈਕਟਸ ਐਂਡ ਆਰ ਵੈਲ ਅਸੈਪਟਡ ਬਾਏ ਦ ਫੀਮੇਲਸ, ਠੀਕ ਹੈ। ਪਿਲਸ ਕਾਫੀ ਜ਼ਿਆਦਾ ਇਫੈਕਟਿਵ ਕੋਂਟਰਾਸੈਪਟਿਵ ਮੈਥਡ ਜ਼ਰੂਰ ਨੇ ਅਤੇ ਸਾਈਡ ਇਫੈਕਟਸ ਵੀ ਇਹਨਾਂ ਦੇ ਘੱਟ ਦੇਖਣ ਨੂੰ ਮਿਲਦੇ ਆ, ਬਟ ਬਾਅਦ ਦੇ ਵਿੱਚ ਇਹਨਾਂ ਸਾਈਡ ਇਫੈਕਟਸ ਦੇਖਣ ਨੂੰ ਮਿਲ ਜਾਂਦੇ ਜਦੋਂ ਜਿਹੜੀ ਵਿਊਮਨ ਹੈ ਉਹ ਕਨਸੀਵ ਕਰਨਾ ਚਾਹੁੰਦੀ ਹੁੰਦੀ ਹੈ ਅਤੇ ਉਹ ਕਨਸੀਵ ਨਹੀਂ ਕਰ ਪਾਉਂਦੀ, ਠੀਕ ਹੈ। Sahih, the new oral contraceptive for the females contains a non-steroidal preparation, but ਜਿਹੜੀ ਸਹੇਲੀ ਆ, ਠੀਕ ਹੈ, ਜਿਹੜੀ ਕਿ ਨਵੀਂ ਲਾਂਚ ਹੋਈ ਆ ਉਹਦੀ ਕੀ ਹੁੰਦੀ ਆ, ਉਹਦੇ ਕੋਲ ਨੋਨ ਸਟੀਰੋਇਡਲ ਪ੍ਰੈਪਰੇਸ਼ਨ ਹੁੰਦੀ ਆ ਉਹਦੀ, ਠੀਕ ਹੈ। ਉਹ ਸਟੀਰੋਇਡਸ ਤੋਂ ਬਿਨਾਂ ਪ੍ਰੇਪੇਅਰ ਕੀਤੀ ਜਾਂਦੀ ਆ, ਇਸ ਕਰਕੇ ਕੋਈ ਸਟੀਰੋਇਡ ਤੁਹਾਡੇ ਨੈਚੁਰਲ ਸਟੀਰੋਇਡਸ ਨਾਲ ਨਹੀਂ ਇੰਟਰਫੇਅਰ ਕਰਦਾ। ਇਹ ਕੀ ਹੁੰਦੀ ਆ, ਵਨਸ ਅ ਵੀਕ ਪਿਲ ਹੁੰਦੀ ਆ, ਵੀਕ ਦੇ ਵਿੱਚ ਇੱਕ ਵਾਰੀ ਲਈ ਜਾਂਦੀ ਆ ਅਤੇ ਇਹਦੇ ਬਹੁਤ ਘੱਟ ਸਾਈਡ ਇਫੈਕਟਸ ਹੁੰਦੇ ਨੇ ਅਤੇ ਹਾਈ ਕੰਟਰਾਸੈਪਟਿਵ ਵੈਲਿਊ ਹੁੰਦੀ ਹੈਗੀ ਇਹਦੀ, ਠੀਕ ਹੈ। ਸਹੀ ਲਈ ਹੁਣ ਤੁਸੀਂ ਕਹੋਗੇ ਸਟੀਰੋਇਡਸ ਨਹੀਂ ਲੱਗਦੀ ਫਿਰ ਪ੍ਰੀਵੈਂਟ ਕਿੱਦਾਂ ਕਰਦੀ ਹੈਗੀ ਕੰਟਰਾਸੈਪਸ਼ਨ ਨੂੰ? ਕਿਉਂਕਿ ਇਹ ਕੀ ਆ, ਇੱਕ ਕੈਮੀਕਲ ਹੁੰਦਾ ਇਹਦੇ ਵਿੱਚ ਜਿਹੜਾ ਕਿ ਈਸਟ੍ਰੋਜਨ ਦੇ ਰਿਸੈਪਟਰ ਨੂੰ ਕੀ ਆ ਬਲੋਕ ਕਰ ਦਿੰਦਾ ਹੈਗਾ ਅਤੇ ਇਹਦਾ ਕੀ ਆ ਇੰਪਲਾਂਟੇਸ਼ਨ ਨੂੰ ਵੀ ਇਨਹਿਬਿਟ ਕਰ ਦਿੰਦਾ।